ਕਾਲਜ ਤੋਂ ਨਿਕਲ ਕੇ ਕੁਝ ਲੋਕਾਂ ਨਾਲ ਰਾਬਤਾ ਬਣਿਆ ਮਾਹਿਰਾਂ ਦੇ ਨਾਲ ਕਿ ਆਹ ਕੁਝ ਕੀਤਾ ਜਾ ਸਕਦਾ, ਜਾਂ ਆਪਣੇ ਮਨ ਦੇ ਵਿੱਚ ਖਿਆਲ ਸੀ ਕਿ ਨਹੀਂ ਕਣਕ ਝੋਨੇ ਵਾਲੇ ਫਸਲੀ ਚੱਕਰ ਤੋਂ ਨਿਕਲਣਾ ਆ। ਖਾਸ ਕਰ ਲੀਚੀ ਤੇ ਅੰਬ ਦਾ ਬਾਗ ਜਿਹੜਾ ਆ, ਇਹ ਤੁਹਾਨੂੰ ਬੱਚਿਆਂ ਨਾਲੋਂ ਵੀ ਜ਼ਿਆਦਾ ਕੇਅਰ ਕਰਨੀ ਪੈਂਦੀ ਆ। ਇਸ ਫਰੂਟ ਦਾ ਮੰਡੀਕਰਨ ਕਿਹੋ ਜਿਹਾ? ਬੂਟਾ ਲਾਉਣਾ ਜਾਂ ਕੋਈ ਚੀਜ਼ ਲਾਉਣੀ ਜਿਹੜੀ ਆ ਉਹ ਸੌਖੀ ਆ, ਉਹਨੂੰ ਪਾਲਣਾ ਸੌਖਾ ਆ, ਤੇ ਮੰਡੀ ਜਿਹੜੀ ਆ ਉਹ ਬਹੁਤ ਔਖੀ ਆਪਣੇ ਦੇਸ਼ ਦੇ ਵਿੱਚ ਹੈਗੀ ਆ। ਇੱਥੇ ਕੂੜਾ ਬਹੁਤ ਪਿਆ ਸੀ ਤੇ ਸਾਰੇ ਦੇ ਸਾਰੇ ਬੂਟੇ ਜਿਹੜੇ ਆ ਉਹਨਾਂ ਦੇ ਪੱਤੇ, ਜਿੱਦਾਂ ਹੁਣ ਆਪਾਂ ਨੂੰ ਅੱਜ ਹਰਿਆਲੀ ਦਿਸ ਰਹੀ ਆ ਤੁਹਾਡੀਆਂ ਇਸ ਫੋਟੋ 'ਚ, ਇੱਕ ਵੀ ਪੱਤਾ, ਇੱਕ ਵੀ ਡਾਹਣੀ ਜਿਹੜੀ ਆ ਉਹ ਹਰੀ ਨਹੀਂ ਰਹਿ ਗਈ ਸੀਗੀ। ਖਾਸ ਕਰਕੇ ਲੀਚੀ ਵਾਲਾ ਬਾਗ ਜਿਹੜਾ ਆ, ਜਿਹੜਾ ਮੇਰਾ ਐਕਸਪੀਰੀਅੰਸ ਪਿਛਲੇ 10-15 ਸਾਲਾਂ ਦਾ ਆ, ਉਹ ਲਗਭਗ ਤੁਹਾਨੂੰ 1.5 ਤੋਂ 2 ਲੱਖ ਤਾਂ ਦੇ ਹੀ ਜਾਂਦਾ ਆ। ਘਾਟੇ ਦੇ ਵੀ ਚਾਂਸਸ ਹੁੰਦੇ ਆ ਕੁਦਰਤੀ ਮਾਰ ਜਦੋਂ ਪੈਂਦੀ ਆ। ਜਿੱਦਾਂ ਬਾਕੀ ਰਵਾਇਤੀ ਫਸਲਾਂ 'ਚ ਕੁਦਰਤ ਦਾ ਹੈਗਾ, ਤੇ ਇੱਥੇ ਵੀ ਕੁਦਰਤ ਜਿਹੜੀ ਆ ਉਹ ਬਹੁਤ ਵੱਡਾ ਰੋਲ ਜਿਹੜਾ ਉਹ ਇਹਦੇ ਵਿੱਚ ਹੈਗਾ ਆ। ਪੰਜਾਬ ਤੇ ਕਿਸਾਨੀ ਦੋਨੋਂ ਇੱਕ ਦੂਜੇ ਦੇ ਪੂਰਕ ਆ, ਪਰ ਜਦੋਂ ਦੋਨਾਂ ਦੀ ਗੱਲ ਚੱਲਦੀ ਹੈ ਤੇ ਪਤਾ ਨਹੀਂ ਕਿਉਂ ਵਾਰ-ਵਾਰ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ ਕਿ ਪੰਜਾਬ ਦਾ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ ਆ। ਹੁਣ ਇਹ ਫਸਲੀ ਚੱਕਰ ਜਿਹੜਾ ਆ ਉਹਦੇ ਤੋਂ ਨਿਕਲਣ ਦੇ ਲਈ ਬਹੁਤ ਸਾਰੇ ਅਗਾਂਹ ਵਧੂ ਕਿਸਾਨਾਂ ਨੇ ਤਰੱਦਦ ਕੀਤਾ ਆ, ਔਰ ਉਸ ਤਰੱਦਦ ਦੇ ਵਿੱਚ ਕਈਆਂ ਨੇ ਬਾਗਬਾਨੀ ਦਾ ਰਾਹ ਫੜਿਆ ਆ, ਕਈਆਂ ਨੇ ਬਦਲਵੇਂ ਰੂਪ ਦੇ ਵਿੱਚ ਖੇਤੀ ਵਿਭਿੰਨਤਾ ਲੈ ਕੇ ਆਂਦੀ ਆ, ਫਸਲਾਂ ਹੋਰ ਬੀਜਣੀਆਂ ਸ਼ੁਰੂ ਕੀਤੀਆਂ ਨੇ। ਔਰ ਇਸ ਸਭ ਦੇ ਦਰਮਿਆਨ ਬਾਗਬਾਨੀ ਦੀ ਜੇ ਖਾਸ ਤੌਰ ਤੇ ਗੱਲ ਕਰੀਏ ਤੇ ਕੁਝ ਉਹ ਬੂਟੇ, ਕੁਝ ਉਹ ਫਲਾਂ ਦੀ ਬਾਗਬਾਨੀ ਕੀਤੀ ਗਈ ਹੈ ਜਿਨ੍ਹਾਂ ਦੀ ਪਹਿਲੇ ਪਹਿਲ ਪੰਜਾਬ ਦੇ ਵਿੱਚ ਗੱਲ ਕਰਨੀ ਅਸੰਭਵ ਜੀ ਲੱਗਦੀ ਸੀਗੀ। ਇਸ ਵੇਲੇ ਅਸੀਂ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹਾਂ, ਔਰ ਹੁਸ਼ਿਆਰਪੁਰ ਦੇ ਵਿੱਚ ਲੀਚੀ ਇਹਦਾ ਬਾਗ ਲਗਾਇਆ ਹੋਇਆ ਆ। ਤਕਰੀਬਨ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਬਾਗ ਨੂੰ, ਔਰ ਪੰਜਾਬ ਦੇ ਵਿੱਚ ਇਸ ਅਗਾਂਹ ਵਧੂ ਕਿਸਾਨ ਦੇ ਵੱਲੋਂ ਬਹੁਤ ਸਮਾਂ ਪਹਿਲਾਂ, 3 ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਹੀ ਇਸ ਬਾਗਬਾਨੀ ਵੱਲ ਪੈਰ ਧਰਾਵਾ ਕਰ ਲਿਆ ਗਿਆ ਸੀਗਾ। ਇਸ ਸਮੇਂ ਸਾਡੇ ਨਾਲ ਲਾਲੀ ਬਾਜਵਾ ਹੋਰੀ ਮੌਜੂਦ ਨੇ। ਲਾਲੀ ਜੀ, ਤੁਸੀਂ ਸਿਆਸਤ ਨਾਲ ਵੀ ਸੰਬੰਧਿਤ ਹੋ ਤੇ ਬਾਗਬਾਨੀ ਨਾਲ ਵੀ ਸੰਬੰਧਿਤ ਹੋ। ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਦਿਲਚਸਪ ਜਿਹਾ ਸਵਾਲ ਮੈਨੂੰ ਲੱਗਦਾ ਕਿ ਉਹ ਪੁੱਛ ਲੈਣਾ ਚਾਹੀਦਾ, ਬਾਗਬਾਨੀ ਵੱਲ ਪਹਿਲਾਂ ਆਏ ਸੀ ਜਾਂ ਸਿਆਸਤ ਵੱਲ ਪਹਿਲਾਂ ਆਏ ਸੀਗੇ? ਜਿਹੜਾ ਸਾਡਾ ਸਾਰੇ ਬਜ਼ੁਰਗਾਂ ਦਾ ਜਿਹੜਾ ਕਿੱਤਾ ਸੀਗਾ ਉਹ ਖੇਤੀਬਾੜੀ ਆ, ਜਿਵੇਂ ਸਾਰੇ ਪੰਜਾਬ 'ਚ ਹਰੇਕ ਕਿਸਾਨ ਦਾ ਹੈਗਾ, ਤੇ ਉਹੀ ਸਾਡਾ ਸੀਗਾ। ਕੋਈ ਰਾਜਨੀਤੀ ਨਾਲ ਕੋਈ ਨੇੜੇ ਤੇੜੇ ਦਾ ਸੰਬੰਧ ਨਹੀਂ ਸੀ, ਵੋਟਾਂ ਪਾਉਣ ਦਾ ਹੀ ਸੰਬੰਧ ਸੀ। ਇਸ ਕਰਕੇ ਜੇ ਆਪਾਂ ਕਿਹਾ ਜਾਵੇ ਤੇ ਬਾਗਬਾਨੀ ਜਾਂ ਖੇਤੀ ਨਾਲ ਜਿਹੜਾ ਸਾਡਾ ਸੰਬੰਧ ਆ ਉਹ ਪਿਛਲੀਆਂ ਕਈ ਪੀੜ੍ਹੀਆਂ ਤੋਂ ਜਿਹੜਾ ਉਹ ਚੱਲ ਰਿਹਾ, ਤੇ ਅਸੀਂ ਵੀ ਉਹਦੇ ਵਿੱਚ ਜੰਮੇ ਪਲੇ ਆ, ਉਹਦੇ ਵਿੱਚ ਸਾਰਾ ਕੁਝ ਦੇਖਿਆ। ਮੈਂ ਇਸ ਕਰਕੇ ਪੁੱਛਿਆ ਸੀ ਨਾ ਕਿ ਦੋਨੋਂ ਹੀ ਫਰੂਟ ਫਿਲ ਧੰਦੇ ਬਣ ਚੁੱਕੇ ਆ। ਬਾਗਬਾਨੀ 'ਚ ਵੀ ਫਰੂਟ ਮਿਲਦਾ, ਅੱਜ ਕੱਲ੍ਹ ਸਿਆਸਤ 'ਚੋਂ ਵੀ ਫਰੂਟ ਹੀ ਭਾਲਿਆ ਜਾਂਦਾ ਆ ਕਿ ਉਹਦੇ ਤੋਂ ਸਾਨੂੰ ਕਿੰਨੀ ਕੁ ਆਮਦਨ ਜਿਹੜੀ ਹੁੰਦੀ ਆ। ਪਰ ਫਿਲਹਾਲ ਆਪਾਂ ਫੋਕਸ ਰੱਖਾਂਗੇ ਇਸ ਲੀਚੀ ਦੇ ਤੁਹਾਡੀ ਬਾਗਬਾਨੀ ਦੇ ਉੱਤੇ, ਇਸ ਲੀਚੀ ਦੇ ਤੁਹਾਡੇ ਬਾਗ ਦੇ ਉੱਤੇ। ਕਿਸਾਨ ਪੰਜਾਬ ਦਾ ਬਹੁਤ ਘੱਟ ਸੋਚਦਾ ਆ, ਕਿਉਂਕਿ ਮੰਡੀਕਰਨ ਦੀ ਏਡੀ ਵੱਡੀ ਦਿੱਕਤ ਹੈ ਪੰਜਾਬ ਦੇ ਵਿੱਚ। ਕਿਸਾਨ ਨੂੰ ਲੱਗਦਾ ਜਿਹੜੀ ਫਸਲ ਦਾ ਭਾਅ ਤੈਅ ਹੋ ਜਾਂਦਾ, ਜਿਹੜੀ ਫਸਲ ਮੇਰੀ ਜਾਂਦੇ ਸਾਰ ਮੰਡੀ 'ਚ ਵਿਕ ਜਾਂਦੀ, ਮੈਂ ਉਹੀ ਬੀਜਣੀ ਆ, ਜੇ ਹੋਰ ਬੀਜਿਆ ਤੇ ਪਤਾ ਨਹੀਂ ਮੰਡੀ ਦੇ ਵਿੱਚ ਜਾ ਕੇ ਮੇਰੇ ਹਾਲਾਤ ਕੀ ਬਣਨੇ ਆ। 30 ਸਾਲ ਤੋਂ ਵੱਧ ਦਾ ਸਮਾਂ ਤੁਸੀਂ ਪਹਿਲਾਂ ਹੀ ਇਸ ਬਾਗ ਦੀ ਜਿਹੜੀ ਆ ਉਹ ਤਿਆਰੀ ਸ਼ੁਰੂ ਕਰਤੀ। ਕੋਈ ਖਾਸ ਇਨਸਪੀਰੇਸ਼ਨ ਮਿਲੀ ਸੀਗੀ, ਕਿਸੇ ਨੇ ਖਾਸ ਤੌਰ ਤੇ ਪ੍ਰੇਰਿਤ ਕੀਤਾ ਸੀਗਾ, ਜਾਂ ਆਪ ਹੀ ਭਵਿੱਖਮੁਖੀ ਹੋ ਕੇ ਕਿ ਆਉਣ ਵਾਲੇ ਸਮੇਂ 'ਚ ਜਿਹਦੀ ਆ ਲਾਗਤ ਘਟ ਜਾਏਗੀ, ਇਹਦੀ ਆਮਦਨ ਵੱਧ ਜਾਏਗੀ ਸਾਡੀ, ਇਸ ਕਰਕੇ ਇਸ ਪਾਸੇ ਵੱਲ ਪੈਰ ਧਰਾਵਾ ਕਰਨਾ? ਪਹਿਲਾਂ ਤਾਂ ਇਹ ਦੱਸ ਦਿਓ ਸ਼ੁਰੂਆਤ ਕਿਵੇਂ ਹੁੰਦੀ ਹੈ ਇਹਦੀ? ਸ਼ੁਰੂਆਤ ਦੀ ਜੇ ਆਪਾਂ ਗੱਲ ਕਹੀਏ ਤੇ ਜਿਹੜੇ ਸਾਡੇ, ਜਿੱਦਾਂ ਮੈਂ ਪਹਿਲਾਂ ਬਜ਼ੁਰਗਾਂ ਦੀ ਦੱਸਿਆ ਕਿ 81 'ਚ ਉਹਨਾਂ ਨੇ, ਪਹਿਲਾਂ ਅਸੀਂ ਇੱਥੇ ਸਟੈਰੀ ਪਿੰਡ ਆ ਆਪਣੇ ਸ਼ਹਿਰ ਦੇ ਵਿੱਚ ਹੀ ਆ ਹੁਣ, ਉਹਦੇ ਵਿੱਚ ਜ਼ਮੀਨ ਸੀਗੀ, ਫਿਰ ਇੱਥੇ ਉਹਨਾਂ ਨੇ ਲਈ। ਤੇ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਉਦੋਂ ਹਾਰਟੀਕਲਚਰ ਡਿਪਾਰਟਮੈਂਟ, ਹੋਰ ਅਗਾਂਹ ਵਧੂ ਜਿਹੜੇ ਕਿਸਾਨ ਸੀਗੇ, ਜਿਹੜੇ ਆਲੇ ਦੁਆਲੇ, ਸਾਨੂੰ ਵੀ ਉਸ ਵੇਲੇ ਜਦੋਂ ਨੌਜਵਾਨ ਹੁੰਦਾ ਬੰਦੇ ਨੂੰ ਹੁੰਦਾ ਆ ਵੀ ਕਿਸੇ ਵਧੀਆ ਪਾਸੇ ਨੂੰ ਜਾਈਏ। ਅੱਜ ਆਪਾਂ ਦੇਖਦੇ ਹਾਂ ਕਿਸਾਨੀ ਮੂਵਮੈਂਟ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਸਾਨੀਆਂ ਦੀ ਕੀ ਸਮੱਸਿਆ ਆ। ਜਿਹੜਾ ਕਿਸਾਨ ਜਿਹੜਾ ਖੇਤੀ ਨਹੀਂ ਵੀ ਕਰਦਾ ਉਹਨੂੰ ਵੀ ਪਤਾ ਆ, ਤੇ ਸ਼ਾਇਦ
ਐਜੂਕੇਸ਼ਨ ਸ਼ਾਇਦ ਡਿਪਾਰਟਮੈਂਟ ਤੇ ਸ਼ਾਇਦ ਜਿਹੜੇ ਕਿਸਾਨ ਸਾਡੇ ਰਿਸ਼ਤੇਦਾਰ ਵੀਰ ਜਾਂ ਸਾਡੇ ਬਜ਼ੁਰਗ ਸੀਗੇ ਉਹਨਾਂ ਤੋਂ ਸਾਨੂੰ ਪਤਾ ਸੀਗਾ ਵੀ ਆਹ ਜਿਹੜੀਆਂ ਸਮੱਸਿਆਵਾਂ ਆ ਇਹ ਹੈਗੀਆਂ ਤੇ ਉਹਦੇ ਵਿੱਚ ਜਿਹੜੀ ਜਿੱਦਾਂ ਸ਼ੁਰੂਆਤ 'ਚ ਤੁਸੀਂ ਕਿਹਾ ਕਿ ਮੰਡੀ ਦੀ ਸਮੱਸਿਆ ਉਹ ਬਹੁਤ ਵੱਡੀ ਸਮੱਸਿਆ ਆ। ਉਹ ਈਵਨ ਇਹ ਨਹੀਂ ਹੈ ਕਿ ਜੇ ਅਸੀਂ ਬਾਗਬਾਨੀ 'ਚ ਹੋ ਗਏ ਤਾਂ ਇੱਥੇ ਉਹ ਸੌਖਾ ਹੋ ਗਿਆ ਆ, ਇੱਥੇ ਵੀ ਉਨੀਆਂ ਹੀ ਤਕਲੀਫਾਂ ਜਿਹੜੀਆਂ, ਕਿਉਂਕਿ ਮੇਰੇ ਕੋਲ ਇਹਦੇ ਤੋਂ ਬਗੈਰ ਵੀ ਅੰਬ ਦਾ ਵੀ ਆ, ਕਿੰਨੂ ਦਾ ਕਾਫੀ ਰਿਹਾ ਮੇਰੇ ਕੋਲ, ਤੇ ਅੱਜ ਵੀ ਮਾਲਟਾ ਵਗੈਰਾ ਹੈਗਾ ਆ, ਆੜੂ ਆ, ਲੂਚਾ ਆ, ਇਹ ਸਾਰੇ ਤਰ੍ਹਾਂ ਦੇ ਜਿਹੜੇ ਉਹ ਆਪਾਂ ਕੋਲ ਹੈਗੇ ਆ। ਉਹਦੇ 'ਚ ਬਹੁਤ ਵੱਡੀਆਂ ਸਮੱਸਿਆ ਜਿਹੜੀ ਆਉਣ ਦੀ ਗੱਲ ਕੀਤੀ ਆ ਵੀ ਜਦੋਂ ਤੁਸੀਂ ਕਾਲਜ ਤੋਂ ਪੜ੍ਹ ਕੇ ਹੁੰਦੇ ਆ ਅਤੇ ਉਦੋਂ ਇਹ ਬਾਗ ਲਾਉਣ ਦਾ ਅਸੀਂ ਸ਼ੁਰੂਆਤ ਕੀਤੀ ਕਿੰਨੂਆਂ ਤੋਂ, ਫਿਰ ਲੀਚੀ ਤੋਂ, ਫਿਰ ਅੰਬ ਤੋਂ। ਇਹ ਉਦੋਂ 30 ਸਾਲ ਉਹ ਇੱਥੇ ਦਾ ਇੱਕ ਬੂਟਾ ਜਿਹੜਾ ਆ ਉਹ ਮੇਰੀ ਦੇਖ ਰੇਖ ਦੇ ਵਿੱਚ ਇੱਥੇ ਦੇ ਜਿਹੜੇ ਸਾਡੇ ਵਰਕਰਸ ਪੁਰਾਣੇ ਸੀਗੇ ਉਹਨਾਂ ਦੀ ਮਦਦ ਦੇ ਨਾਲ ਬਹੁਤ ਵਧੀਆ ਤਰ੍ਹਾਂ ਜਿਹੜਾ ਉਹ 30 ਸਾਲ ਪਹਿਲਾਂ ਸੀ ਇਹ ਸਾਰਾ ਕੁਝ ਸ਼ੁਰੂ ਕਰ ਦਿੱਤਾ ਸੀ। ਕਹਿ ਸਕਦੇ ਤੁਹਾਡੇ ਹੱਥੀਂ ਲੱਗਾ ਬਾਗ ਆ ਜਿਹੜਾ ਇਸ ਸਮੇਂ ਜਵਾਨ ਹੋ ਕੇ, ਤੇ ਜਿੱਦਾਂ ਪੁੱਤ ਜਵਾਨ ਹੋ ਕੇ ਜਾਂ ਧੀ ਜਵਾਨ ਹੋ ਕੇ ਉਹ ਜੋ ਤੁਸੀਂ ਮਿਹਨਤ ਕੀਤੀ ਹੁੰਦੀ ਉਹਦਾ ਮੁੱਲ ਮੋੜਦੇ ਆ, ਕੰਮ ਧੰਦਾ ਕਰਕੇ ਬਜ਼ੁਰਗਾਂ ਦੀ ਬਾਂਹ ਫੜਦੇ, ਉਸੇ ਤਰੀਕੇ ਨਾਲ ਇਹ ਬਾਗ ਵੀ ਇਸ ਸਮੇਂ ਜਵਾਨ ਹੋ ਕੇ ਤੇ ਤੁਹਾਡੇ ਨਾਲ ਚੱਲਦਾ ਪਿਆ। ਸ਼ੁਰੂਆਤ ਕਰਨੀ ਬੜੀ ਔਖੀ ਹੁੰਦੀ ਹੈ, ਖਾਸ ਤੌਰ ਤੇ ਜਦੋਂ ਬਦਲਵੀਂ ਖੇਤੀ ਕਰਨੀ ਹੋਵੇ ਉਦੋਂ ਹੋਰ ਵੀ ਜ਼ਿਆਦੀਆਂ ਚੁਣੌਤੀਆਂ ਭਰਪੂਰ ਤੁਹਾਡੇ ਸਾਹਮਣੇ ਖੜੀਆਂ ਹੁੰਦੀਆਂ। ਕਾਲਜ ਦੇ ਵਿੱਚ ਕੁਝ ਖਾਸ ਕਿਸਮ ਦੀ ਸਿੱਖਿਆ ਦੀ ਲਈ ਸੀ, ਕਾਲਜ ਤੋਂ ਨਿਕਲ ਕੇ ਕੁਝ ਲੋਕਾਂ ਨਾਲ ਰਾਬਤਾ ਬਣਿਆ ਮਾਹਿਰਾਂ ਦੇ ਨਾਲ ਕਿ ਆਹ ਕੁਝ ਕੀਤਾ ਜਾ ਸਕਦਾ, ਜਾਂ ਆਪਣੇ ਮਨ ਦੇ ਵਿੱਚ ਖਿਆਲ ਸੀ ਕਿ ਨਹੀਂ ਕਣਕ ਝੋਨੇ ਵਾਲੇ ਫਸਲੀ ਚੱਕਰ ਤੋਂ ਨਿਕਲਣਾ ਹੈ? ਸ਼ੁਰੂਆਤ ਕਿਵੇਂ ਹੋਈ, ਕਿਸੇ ਦੀ ਮਦਦ ਲਈ ਮਾਹਿਰ ਦੀ, ਜਾਂ ਆਪਣੇ ਪੱਧਰ ਤੇ ਜਿੰਨੀਆਂ ਕੁ ਜਾਣਕਾਰੀਆਂ ਪ੍ਰਾਪਤ ਹੋਈਆਂ ਉਹਦੇ ਮੁਤਾਬਕ ਹੀ ਇਹ ਬਾਗ ਲਾਤਾ ਸੀ? ਜਿਹੜੀ ਪਹਿਲੀ ਗੱਲ ਆ ਕਿ ਉਹ ਇੱਕ ਤੁਸੀਂ ਜਦੋਂ ਐਜੂਕੇਸ਼ਨ ਕਰਦੇ ਹੋ, ਜਦੋਂ ਤੁਸੀਂ ਘੁੰਮਦੇ ਹੋ ਤੇ ਜ਼ਰੂਰ ਤੁਹਾਨੂੰ ਤੁਹਾਡੇ ਵਿਚਾਰ ਜਿਹੜੇ ਅਗਾਂਹ ਵਧੂ ਹੁੰਦੇ ਆ, ਤੇ ਉਦੋਂ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਆ ਉਦੋਂ ਵੀ ਤੇ ਅੱਜ ਵੀ ਮੈਂ ਇਹ ਕਹਿ ਸਕਦਾ ਆ ਕਿ ਕਿਉਂਕਿ ਮੈਨੂੰ ਤਾਂ 30 ਸਾਲਾਂ ਦਾ ਐਗਰੀਕਲਚਰ ਵਾਲਿਆਂ ਨਾਲ ਹਾਰਟੀਕਲਚਰ ਵਾਲਿਆਂ ਨਾਲ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਵਾਹ ਪਿਆ। ਉਹਨਾਂ ਨੇ ਬਹੁਤ ਚੰਗੀਆਂ ਸਲਾਹਾਂ ਦਿੱਤੀਆਂ, ਬਹੁਤ ਅੱਜ ਵੀ, ਕਿਉਂਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਕਹਿਣਾ ਵੀ ਚਾਹੀਦਾ, ਸਲਾਉਣਾ ਵੀ ਚਾਹੀਦਾ, ਦੁਨੀਆ 'ਚ ਵੀ ਜਾਣਾ ਚਾਹੀਦਾ। ਜਿਹੜੇ ਐਗਰੀਕਲਚਰ ਤੇ ਹਾਰਟੀਕਲਚਰ 'ਚ ਖਾਸ ਕਰ ਜਿਹੜੇ ਉਹਨਾਂ ਚਿਰ ਡਾਇਰੈਕਟਰ ਸਾਹਿਬਾਨ, ਡਾਕਟਰ ਸਾਹਿਬਾਨ ਜਿੰਨੇ ਵੀ, ਜਾਂ ਈਵਨ ਜਿਹੜੇ ਮਾਲੀ ਵੀ ਮਿਲੇ, ਉਹ ਬੜੇ ਇਮਾਨਦਾਰ ਤੇ ਬਹੁਤ ਅਗਾਂਹ ਦੱਸਣ ਵਾਲੇ ਜਿਹੜੇ ਉਹ ਮਿਲੇ ਆ। ਅਤੇ ਸ਼ਾਇਦ ਉਹਨਾਂ ਦੀ ਜਿਹੜੀ ਗਾਈਡੈਂਸ ਆ ਅਤੇ ਆਪਣਾ ਜਿਹੜਾ ਚਲੋ ਬੁੱਕਸ ਵਗੈਰਾ ਹੀ PAU 'ਚ ਵੀ ਜਾਂਦੇ ਸੀ, ਉੱਥੇ ਦੀਆਂ ਕਿਤਾਬਾਂ, ਹੋਰ ਲਿਟਰੇਚਰ ਜਿਹੜਾ ਬਾਹਰ ਦੁਨੀਆ ਦਾ ਉਹ ਵੀ ਦੇਖਿਆ। ਅਤੇ ਉਹਦੇ 'ਚ ਜਿੱਦਾਂ ਮੈਂ ਦੱਸਿਆ ਕਿ ਬਾਕੀ ਸਾਰੇ ਜਿਹੜੇ ਬਾਗ ਜਿਹੜੇ ਲਾਏ ਆ, ਕਿਉਂਕਿ ਆਪਾਂ ਅੱਜ ਜ਼ਿਆਦਾ ਗੱਲ ਜਿਹੜੀ ਆ ਉਹ ਲੀਚੀ 'ਤੇ ਆਪਾਂ ਕਰ ਰਹੇ ਹਾਂ। ਇਹ ਜਿਹੜਾ ਬਾਗ ਆ ਇਹ ਜਿੱਦਾਂ ਦੱਸਿਆ ਕਿ ਅਸੀਂ ਬੱਚਿਆਂ ਵਾਂਗੂ ਪਾਲਿਆ, ਅਤੇ ਖਾਸ ਕਰ ਲੀਚੀ ਅਤੇ ਅੰਬ ਦਾ ਬਾਗ ਜਿਹੜਾ ਆ ਇਹ ਤੁਹਾਨੂੰ ਬੱਚਿਆਂ ਨਾਲੋਂ ਵੀ ਜ਼ਿਆਦਾ ਕੇਅਰ ਕਰਨੀ ਪੈਂਦੀ ਆ। ਇਹ ਇਕੱਲਾ ਬੂਟਾ ਜਿਹੜੇ ਤੁਸੀਂ ਦੇਖੇ ਆ, ਇਹ ਇਕੱਲੇ ਬੂਟੇ ਦਾ ਸਾਨੂੰ ਪਤਾ ਹੈ ਵੀ ਇਸ ਸਾਲ ਇਹਦਾ ਆਹ ਹੋਇਆ ਸੀ, ਇਹਨੂੰ ਆਹ ਦਵਾਈ ਪਾਈ ਸੀ ਇਹਦੇ 'ਚ ਪਹਿਲੇ ਸਮਿਆਂ 'ਚ। ਕਿਉਂਕਿ ਜਿਹੜੀ ਲੀਚੀ ਆ ਇਹ ਵੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹਨੂੰ 8-9 ਸਾਲ ਜਿਹੜਾ ਜ਼ਿਮੀਂਦਾਰ ਆਪਣੇ ਖੇਤਾਂ ਨੂੰ ਖਾਲੀ ਰੱਖ ਸਕਦਾ ਆ ਜਾਂ ਉਸ ਆਮਦਨ ਤੋਂ ਆਪਣੇ ਆਪ ਨੂੰ ਇਹ ਕਰ ਸਕਦਾ ਆ। ਬਹੁਤ ਪੰਜਾਬ 'ਚ ਬਹੁਤ ਜ਼ਿਆਦਾ ਕਿਸਾਨ ਹੈਗੇ ਆ, ਅਤੇ ਉਹ ਖਿੱਤਾ ਵਧੀਆ ਹੋਵੇ ਅਤੇ ਫਿਰ ਹੀ ਇਹਦੀ ਲਾਉਣ ਦੀ ਸੋਚਣੀ ਚਾਹੀਦੀ ਆ। ਕਿਉਂਕਿ ਬਹੁਤ ਮਿਹਨਤ ਦੀ ਗੱਲ ਆ। ਜਿਹੜੇ 8-9 ਸਾਲ ਆ ਉਹਦੇ ਵਿੱਚ ਇਹਨੂੰ ਧੁੱਪ ਵੀ ਮਾਰਦੀ ਆ, ਉਹਦੇ ਵਿੱਚ ਇਹਨੂੰ ਹਨੇਰੀਆਂ ਵੀ ਮਾਰਦੀਆਂ ਆ, ਉਹਦੇ ਵਿੱਚ ਇਹਨੂੰ ਕੋਰਾ ਵੀ ਮਾਰਦਾ। ਇੱਕ ਵਾਰੀ ਤਾਂ ਇੱਦਾਂ ਦਾ ਆਇਆ ਸੀਗਾ ਵੀ ਇੱਥੇ ਕੋਰਾ ਬਹੁਤ ਪਿਆ ਸੀ ਅਤੇ ਸਾਰੇ ਦੇ ਸਾਰੇ ਬੂਟੇ ਜਿਹੜੇ ਆ ਉਹਨਾਂ ਦੇ ਪੱਤੇ, ਜਿੱਦਾਂ ਹੁਣ ਆਪਾਂ ਨੂੰ ਅੱਜ ਹਰਿਆਲੀ ਦਿਸ ਰਹੀ ਆ ਤੁਹਾਡੀਆਂ ਇਸ ਫੋਟੋ 'ਚ, ਇੱਕ ਵੀ ਪੱਤਾ, ਇੱਕ ਵੀ ਡਾਹਣੀ ਜਿਹੜੀ ਆ ਉਹ ਹਰੀ ਨਹੀਂ ਰਹਿ ਗਈ ਸੀਗੀ। ਪਰ ਉਹ ਪ੍ਰਮਾਤਮਾ ਦੀ ਮਿਹਰ ਨਾਲ ਉਸ ਤੋਂ ਬਾਅਦ ਚੰਗਾ ਹੋ ਗਿਆ ਅਤੇ ਉਹ ਸਾਰਾ ਕੁਝ ਠੀਕ ਹੋ ਗਿਆ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਬਾਗ ਜਿਹੜਾ ਖਾਸ ਕਰ ਲੀਚੀ ਦਾ ਲਾਉਣਾ ਆ, ਇਹਦੇ ਲਈ ਟਾਈਮ ਲੰਬਾ ਆ। ਅੱਜ 30 ਸਾਲਾਂ ਦਾ ਇਹਨੂੰ ਲੱਗਦਾ ਆ ਕਿ ਇਹ ਬੂਟੇ ਬਹੁਤ ਸੋਹਣੇ ਆ, ਪਰ ਇਹ ਪਾਲਣੇ ਜਿਹੜੇ ਆ ਉਹ ਬਹੁਤ ਔਖੇ ਆ। ਵੈਸੇ ਤਾਂ ਕਿਸਾਨੀ ਹੈ ਹੀ ਔਖਾ ਧੰਦਾ ਆ। ਮੇਰਾ ਖਿਆਲ ਹੈ ਕਿ ਬਾਕੀ ਦੇ ਵਿੱਚ ਤੁਸੀਂ ਕੋਈ ਨੌਕਰੀ ਕਰਦੇ ਹੋ ਜਾਂ ਕੁਝ ਹੋਰ ਬਿਜ਼ਨਸ ਕਰਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਇੰਨਾ ਘਾਟਾ, ਇੰਨਾ ਨਫਾ, ਇੱਦਾਂ ਨਫਾ ਹੋ ਸਕਦਾ, ਇੱਦਾਂ ਨੁਕਸਾਨ ਹੋ ਸਕਦਾ। ਖੇਤੀ ਤੁਸੀਂ ਜਦੋਂ ਕਰਦੇ ਆ, ਫਸਲ ਬੀਜਣ ਤੋਂ ਬਾਅਦ ਮੰਡੀ
ਤੱਕ ਪਹੁੰਚਦੀ ਨਹੀਂ ਜਦ ਤੱਕ ਤੁਹਾਡੇ ਮਨ ਦੇ ਅੰਦਰ ਧੁੜਕੂ ਲੱਗਾ ਹੀ ਰਹਿੰਦਾ ਕਿ ਪਤਾ ਨਹੀਂ ਹੁਣ ਕੁਦਰਤ ਨੇ ਕਿਹੋ ਜਿਹੇ ਰੰਗ ਦਿਖਾ ਦੇਣੇ ਆ। ਖੇਤੀ ਤਾਂ ਵੈਸੇ ਹੀ ਰਿਸਕ ਵਾਲਾ ਧੰਦਾ ਹੈ, ਇਸ ਕਰਕੇ ਬਾਗਬਾਨੀ ਉਹਦੇ ਨਾਲੋਂ ਵੀ ਕਿਤੇ ਤੁਸੀਂ ਕਹਿੰਦੇ ਹੋ ਕਿ ਰਿਸਕ ਵਾਲੀ ਗੱਲ ਹੈਗੀ। ਪਰ ਕੁਝ ਨੁਕਤੇ ਤੁਸੀਂ ਕਿਹਾ ਕਿ 8-10 ਸਾਲ ਕਿਸਾਨ ਦੇਖੇ ਨਾ ਕਿ ਮੈਨੂੰ ਆਮਦਨ ਆਉਣੀ ਆ ਜਾਂ ਨਹੀਂ ਆਉਣੀ ਆ, ਵਿਹਲਾ ਬੈਠੇ ਇਸ ਬਾਗ ਨੂੰ ਪਾਲੇ 8 ਸਾਲ 10 ਸਾਲ ਬਾਅਦ ਉਹਨੂੰ ਆਮਦਨ ਸ਼ੁਰੂ ਹੁੰਦੀ ਆ। ਪਰ ਇਹਨੂੰ ਬਾਗ ਨੂੰ ਲਾਉਣ ਲਈ ਕੁਝ ਤਕਨੀਕੀ ਨੁਕਤੇ ਵੀ ਹੋਣਗੇ। ਬੂਟੇ ਕਿੰਨੀ ਦੂਰੀ ਤੇ ਲਾਉਣੇ ਆ, ਇਹਨਾਂ ਨੂੰ ਖਾਦਾਂ ਕਿਹੋ ਜਿਹੀਆਂ ਚਾਹੀਦੀਆਂ ਨੇ, ਮਿੱਟੀ ਕਿਹੋ ਜਿਹੀ ਚਾਹੀਦੀ ਆ, ਮੌਸਮ ਕਿਹੋ ਜਿਹਾ ਚਾਹੀਦਾ। ਮੇਰਾ ਖਿਆਲ ਹੈ ਕਿ ਉਹ ਵੀ ਜਿਹੜੇ ਜੇ ਕੋਈ ਇੱਛੁਕ ਹੋਵੇ ਇਸ ਪ੍ਰੋਗਰਾਮ ਨੂੰ ਦੇਖ ਕੇ ਸਾਡਾ ਕਿਸਾਨ ਵੀਰ ਕਿ ਮੈਂ ਵੀ ਬਾਗ ਲਾਉਣਾ, ਘੱਟੋ ਘੱਟ ਉਹਨੂੰ ਜਾਣਕਾਰੀ ਇਸ ਪ੍ਰੋਗਰਾਮ ਦੇ ਜ਼ਰੀਏ ਜ਼ਰੂਰ ਮਿਲ ਜਾਵੇ। ਸਭ ਤੋਂ ਪਹਿਲਾਂ ਤਾਂ ਜਿਹੜੇ ਜਿੱਦਾਂ ਨੀਮ ਪਹਾੜੀ ਇਲਾਕਾ ਆ, ਜਿਹਦੀ ਮੇਨ ਤਾਂ ਉਹ ਇਨਵਾਇਰਨਮੈਂਟ ਦੇਖਣ ਦੀ ਗੱਲ ਆ ਕਿ ਉਹ ਇਹਨੂੰ ਸੂਟ ਕਰਦਾ ਆ। ਜੇ ਆਪਾਂ ਕਹੀਏ ਵੀ ਇਹਨੂੰ ਆਪਾਂ ਕਿਤੇ ਹੋਰ ਲਾ ਦੇਣਾ, ਉਹ ਘਰ 'ਚ ਬੂਟਾ ਤਾਂ ਲਾ ਸਕਦੇ ਆ, ਉਹਦੇ 'ਚ ਲੱਗ ਵੀ ਸਕਦੀ ਆ, ਪਰ ਉਹਨੂੰ ਕਮਰਸ਼ੀਅਲ ਨਹੀਂ ਆਪਾਂ ਕਰ ਸਕਦੇ। ਉਹ ਇਸ ਨੀਮ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਆਪਾਂ ਸ਼ਿਵਾਲਿਕ ਫੁੱਟਹਿਲ ਆਪਾਂ ਕਹਿੰਦੇ ਆ, ਉਹਦੇ ਵਿੱਚ ਇਹ ਲੱਗਦਾ ਆ। ਅਤੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਜ਼ਮੀਨ ਵੀ ਜਿਹੜੀ ਆ ਉਹ ਵੀ ਜਰਾ ਭਾਰੀ ਚਾਹੀਦੀ ਆ, ਕਿਉਂਕਿ ਇਹਨੂੰ ਪਾਣੀ ਦੀ ਜਦੋਂ ਫਰੂਟਿੰਗ 'ਤੇ ਵੀ ਆਉਂਦਾ ਅਤੇ ਪਹਿਲਾਂ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ। ਅਤੇ ਉਹਦੇ ਲਈ ਜੇ ਚੰਗਾ ਪਾਣੀ ਹੋਵੇ, ਚੰਗੀ ਜ਼ਮੀਨ ਹੋਵੇ, ਤਾਂ ਹੀ ਇਹ ਬੂਟੇ ਜਿਹੜੇ ਆ ਉਹ ਅਤੇ ਇਨਵਾਇਰਮੈਂਟ ਤਾਂ ਇਹ ਮੈਂ ਦੱਸਿਆ ਹੀ ਹੈ ਕਿ ਇਹ ਜਿਹੜਾ ਆਹ ਵਾਲਾ ਬਾਗ ਲੱਗਾ ਆ, ਇਹ ਅਸੀਂ ਜਿੱਦਾਂ ਉਦੋਂ ਉਹਨਾਂ ਨੇ ਦੱਸਿਆ ਸੀਗਾ ਹਾਰਟੀਕਲਚਰ ਵਾਲਿਆਂ ਨੇ, ਉਹ 30x30 ਤੇ ਆ। ਲਗਭਗ 45 ਤੋਂ ਲੈ ਕੇ 47-48 ਬੂਟੇ ਜਿਹੜੇ ਆ ਉਹ ਏਕੜ ਦੇ ਵਿੱਚ ਲੱਗਦੇ ਆ। ਇਹ ਜਿਹੜੇ ਲੀਚੀ ਦੇ ਜਿਹੜੇ ਆਪਾਂ ਇੱਥੇ ਲਾਏ ਆ, ਜੇ 30 ਫੁੱਟ 'ਤੇ ਆਪਾਂ ਲਾਉਂਦੇ ਆ, ਵਧਾਇਆ ਵੀ ਜਾ ਸਕਦਾ ਅਤੇ ਘਟਾਇਆ ਤਾਂ ਨਹੀਂ ਜਾ ਸਕਦਾ, ਕਿਉਂਕਿ ਇਹਦੀ ਜਿਹੜੀ ਇੱਕ ਵੱਡੀ ਗੱਲ ਇਹ ਆ ਕਿ ਇਹ ਦਿਨੋਂ ਦਿਨ ਵੱਡੇ ਹੋਣੇ ਆ। ਕਿਉਂਕਿ ਜੇ ਆਪਾਂ ਦੇਖਦੇ ਹਾਂ ਵੀ 100 ਸਾਲ ਦੇ ਪੁਰਾਣੇ ਵੀ ਲੀਚੀ ਦੇ ਦਰਖਤ ਆਪਾਂ ਉਸ ਤੋਂ ਵੀ ਸ਼ਾਇਦ ਬਿਹਾਰ ਜਾਂ ਦੇਹਰਾਦੂਨ ਆਪਾਂ ਨੂੰ ਮਿਲਦੇ ਆ, ਅਤੇ ਉਹ ਸਾਰਾ ਕੁਝ ਦੇਖ ਕੇ ਜੇ ਅੱਜ ਇਹ 30 ਸਾਲਾਂ 'ਚ ਇੱਕ ਦੂਜੇ ਦੇ ਲਾਗੇ ਹੋ ਗਏ ਆ, ਅਤੇ ਮੇਰਾ ਖਿਆਲ ਹੈ ਕਿ ਔਖਾ ਹੋ ਜਾਊਗਾ। ਵਧਾਇਆ ਵੀ ਜਾ ਸਕਦਾ ਜੇ ਕਿਸੇ ਦੀ ਉਹ ਕੈਪੈਸਿਟੀ ਹੋਵੇ, ਜਾਂ ਅੱਜ ਕੱਲ੍ਹ ਦੇ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਕਿਸੇ ਨੇ ਲਾਉਣੇ ਹੋਣ। ਬਾਕੀ ਜਿਹੜੀ ਖਾਦ ਆ ਉਹ ਜਿਵੇਂ ਆਪਾਂ ਕਿਉਂਕਿ ਆ ਜਿਹੜਾ ਹੁਸ਼ਿਆਰਪੁਰ ਦਾ ਆਪਾਂ ਇਲਾਕਾ ਜਿਹਨੂੰ ਆਪਾਂ ਨੀਮ ਪਹਾੜੀ ਕਹਿੰਦੇ ਆ, ਜਾਂ ਪਠਾਨਕੋਟ ਦਾ ਹੋਊਗਾ, ਚੰਡੀਗੜ੍ਹ ਦੇ ਆਲੇ ਦੁਆਲੇ ਦਾ ਹੋਊਗਾ, ਅਤੇ ਉਹਦੇ ਵਿੱਚ ਜਿਹੜੀ ਵੱਡੀ ਗੱਲ ਆ ਕਿ ਜਿਹੜੀ ਆ ਕਿ ਜਿਹੜਾ ਇਨਵਾਇਰਮੈਂਟ ਆ ਉਹ ਇਹਦੇ ਲਈ ਫੇਵਰੇਬਲ ਹੈਗਾ ਆ। ਅਤੇ ਉਹਦੇ ਵਿੱਚ ਆਪਾਂ ਨੂੰ ਜਿਹੜੀ ਜਿੱਦਾਂ ਹੋਰ ਬੂਟੇ ਵੀ ਇਕੱਲੇ ਇਹ ਹੀ ਨਹੀਂ, ਹੋਰ ਬੂਟਾ ਵੀ ਜਿਹੜਾ ਬਾਕੀ ਪੰਜਾਬ ਦੇ ਨਾਲੋਂ ਇੱਥੇ ਜ਼ਿਆਦਾ ਫਲਦਾ ਫੁੱਲਦਾ, ਚਾਹੇ ਉਹ ਪੋਪੂਲਰ ਲੈ ਲਓ, ਚਾਹੇ ਅੰਬ ਲੈ ਲਓ, ਚਾਹੇ ਕਿੰਨੂ ਲੈ ਲਓ, ਜਾਂ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਜ਼ਮੀਨ ਜਿਹੜੀ ਆ ਉਹ ਇਸ ਦਰਖਤ ਨੂੰ ਜਿਹੜੀ ਆ ਉਹ ਫੇਵਰੇਬਲ ਆ। ਅਤੇ ਜਿਹੜੀ ਆਪਾਂ ਗੱਲ ਕੀਤੀ ਆ ਵੀ ਖਾਦ ਜਿੱਦਾਂ ਆਪਾਂ ਬਾਕੀ ਬੂਟਿਆਂ ਨੂੰ ਪਾਉਂਦੇ ਆ, ਜਿੰਨੀ ਇਹਦੀ ਏਜ ਵੱਧਦੀ ਜਾਂਦੀ ਆ ਉਹਨੂੰ ਮਲਟੀਪਲਾਈ ਕਰਕੇ ਮਾਰਾਂ ਦਾ ਜਿੱਦਾਂ ਦਾ ਵੀ ਜਿੱਥੇ ਵੀ ਆਪਣੀ ਜ਼ਮੀਨ ਦੇ ਵਿੱਚ ਆਪਾਂ ਪਰਖ ਕਰਾ ਕੇ ਅਤੇ ਉਹਦੀ ਆਪਾਂ ਉਹ ਫਰਟੀਲਾਈਜ਼ਰ ਪਾ ਸਕਦੇ ਹਾਂ। ਅੱਛਾ, ਮੈਂ ਇੱਥੇ ਮਾਫ਼ ਕਰਨਾ ਤੁਹਾਡੀ ਗੱਲ ਟੋਕ ਰਿਹਾ, ਤੁਹਾਨੂੰ ਰੋਕ ਰਿਹਾ। ਹੁਣ ਲੰਬਾ ਤਜਰਬਾ ਹੋ ਗਿਆ ਤੁਹਾਡਾ, ਜਿੱਦਾਂ ਤੁਸੀਂ ਕਹਿੰਦੇ ਕਿ ਫਰਟੀਲਾਈਜ਼ਰ ਉਮਰ ਦੇ ਹਿਸਾਬ ਨਾਲ ਮਲਟੀਪਲਾਈ ਕਰਕੇ ਉਹਨੂੰ ਪਾਇਆ ਜਾਂਦਾ। ਹੁਣ ਇਹ ਜਿਹੜਾ ਚਾਹੇ ਫਰਟੀਲਾਈਜ਼ਰ ਆ, ਚਾਹੇ ਕੁਝ ਹੋਰ ਚੀਜ਼ਾਂ ਜਿਹੜੀਆਂ ਬੂਟਿਆਂ ਨੂੰ ਲੋੜੀਂਦੀਆਂ ਆ, ਉਹ ਆਪਣੀ ਤਜਰਬੇ ਦੇ ਵਿੱਚ ਕਰਕੇ ਸਾਰੀਆਂ ਚੀਜ਼ਾਂ ਕਰਦੇ ਹੁੰਦੇ ਕਿ ਅੱਜ ਵੀ ਤੁਸੀਂ ਮਾਹਿਰਾਂ ਦੀ ਰਾਏ ਲੈਂਦੇ ਹੋ ਜਿੱਥੇ ਕੋਈ ਦਿੱਕਤ ਆਉਂਦੀ ਹੈ? ਨਹੀਂ, ਇੱਕ ਤਾਂ ਤੁਹਾਨੂੰ ਈਵਨ ਜਿਹੜੇ ਸਾਡੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਵੈਸੇ ਤਾਂ ਐਕਸਪੀਰੀਅੰਸ ਹੋ ਜਾਂਦਾ ਆ ਇੰਨੇ ਸਾਲਾਂ ਦੇ, ਕਈ ਸਾਡੇ ਕੋਲ ਕਿਉਂਕਿ ਬਹੁਤ ਪੁਰਾਣੇ ਜਿਹੜੇ ਕੰਮ ਕਰਨ ਵਾਲੇ ਬੰਦੇ ਹੈਗੇ ਆ, ਪਰ ਜਿਹੜੇ ਹਾਰਟੀਕਲਚਰ ਵਾਲੇ ਮਾਹਰ ਨੇ, ਡਾਕਟਰਸ ਨੇ, ਉਹਨਾਂ ਦਾ ਜਿਹੜਾ ਕਿਉਂਕਿ ਉਹਨਾਂ ਦੀ ਨਵੇਂ ਤੋਂ ਨਵੇਂ ਤਜਰਬੇ ਹੁੰਦੇ ਆ ਯੂਨੀਵਰਸਿਟੀ ਨਾਲ, PAU ਦੇ ਵੀ ਕਈ ਵਾਰੀ ਸਾਇੰਟਿਸਟ ਜਿਹੜੇ ਆ ਉਹ ਸਾਡੇ ਬਾਗ 'ਚ ਵੀ ਆਉਂਦੇ ਆ, ਜਾਂ ਉਹਨਾਂ ਨਾਲ ਅਸੀਂ ਸਿੱਧਾ ਰਾਬਤਾ ਕਰਕੇ ਵੀ ਇਹਦੀਆਂ ਜਿਹੜੀਆਂ ਪੈਕੇਜ ਆਫ ਪ੍ਰੈਕਟਿਸ ਆ ਉਹਨੂੰ ਆਪਾਂ ਉਹਨਾਂ ਕੋਲ ਲੈਂਦੇ ਰਹਿੰਦੇ ਆ। ਅਤੇ ਜੇ ਕਿਸੇ ਚੀਜ਼ਾਂ ਦੀ ਲੋੜ ਪੈਂਦੀ ਆ, ਜੇ ਕੋਈ ਬਿਮਾਰੀ ਪੈਂਦੀ ਆ, ਅਤੇ ਉਹਨਾਂ ਕੋਲ ਅਸੀਂ ਇਹ ਜ਼ਰੂਰ ਈਵਨ ਇਨਸੈਕਟ ਜਿਹੜੇ ਪੈਂਦੇ ਆ ਜਾਂ ਪੈਸਟ ਪੈਂਦੇ ਆ, ਉਹਨਾਂ ਨੂੰ ਸਾਰਿਆਂ ਦੇ ਲਈ ਉਹਨਾਂ ਕੋਲ ਆਪਾਂ ਸਲਾਹ ਲੈਂਦੇ ਹਾਂ। ਮਾਹਿਰਾਂ ਦੀ ਜ਼ਰੂਰਤ ਹਰ ਸਮੇਂ ਤਕਰੀਬਨ ਬਣੀ ਰਹਿੰਦੀ ਹੈ ਇਹਨਾਂ ਦੇ ਲਈ। ਅੱਛਾ, ਇੱਕ ਹੁਸ਼ਿਆਰਪੁਰ ਦੇ ਇਲਾਕੇ ਦੀ ਇੱਕ ਚੀਜ਼ ਮੈਨੂੰ ਬਹੁਤ ਖਾਸ ਲੱਗੀ ਹੈ, ਜਾਂ ਕਹਿ ਲਓ ਕਿ ਇਹਦੀ ਆਬੋ ਹਵਾ ਇਹੋ ਜਿਹੀ ਆ, ਪੌਣ ਪਾਣੀ ਇਹੋ ਜਿਹਾ ਕਿ ਬਾਗਬਾਨੀ ਵਾਹਵਾ ਵਾਧੀ ਫੁੱਲਦੀ ਹੈ। ਔਰ ਇਹ ਹੁਸ਼ਿਆਰਪੁਰ ਦੀ ਇਹੋ ਜਿਹੀ ਜਗ੍ਹਾ ਆ, ਕੰਢੀ ਇਲਾਕਾ ਆ, ਜਿੱਥੇ ਪਹਿਲੀ ਵਾਰੀ ਪੰਜਾਬ 'ਚ ਸੇਬ ਦੀ ਖੇਤੀ ਵੀ ਹੋਈ ਆ। ਗੁਰਿੰਦਰ ਸਿੰਘ ਬਾਜਵਾ ਹੋਰਾਂ ਨੇ ਸੇਬ ਪੈਦਾ ਕੀਤਾ, ਅਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਲਾਲੀ ਜੀ, ਉਹਨਾਂ ਦੇ ਕੋਲ ਬਹੁਤ ਸਾਰੇ ਕਿਸਾਨ ਆ ਰਹੇ ਆ
ਕਿ ਜੇ ਅਸੀਂ ਮਾਲਵੇ ਦੇ ਆ ਰਹੇ ਆ, ਮਾਝੇ ਦੇ ਆ ਰਹੇ ਆ, ਦੁਆਬੇ ਦੇ ਆ ਰਹੇ, ਕਿ ਜੇ ਅਸੀਂ ਆਪਣੇ ਖੇਤਾਂ ਦੇ ਵਿੱਚ ਸੇਬ ਦੀ ਖੇਤੀ ਕਰਨੀ ਚਾਹੀਏ ਤੇ ਕਿੰਨੀ ਕੁ ਫਰੂਟਫੁਲ ਹੋ ਸਕਦੀ ਹੈ, ਕਿੰਨਾ ਕੁ ਕਾਮਯਾਬ ਹੋ ਸਕਦੇ ਆ। ਕੀ ਜਦੋਂ ਤੁਹਾਡੇ ਇਹਨਾਂ ਲੀਚੀ ਦੇ ਬਾਗਾਂ ਨੂੰ ਦੇਖਦੇ ਨੇ ਕਿਸਾਨ ਜਾਂ ਉਹਨਾਂ ਤੱਕ ਤੁਹਾਡੀ ਗੱਲ ਪਹੁੰਚਦੀ ਆ, ਤੁਹਾਡੇ ਨਾਲ ਇਸ ਲੀਚੀ ਦੀ ਖੇਤੀ ਨੂੰ ਲੈ ਕੇ ਜਾਂ ਇਹਦੀ ਬਾਗਬਾਨੀ ਨੂੰ ਲੈ ਕੇ ਵੀ ਕੋਈ ਆਉਂਦਾ ਕਿਸਾਨ ਜਾਣਕਾਰੀ ਲੈਣ ਲਈ, ਜਾਂ ਤੁਹਾਨੂੰ ਲੱਗਦਾ ਕਿ ਪਹੁੰਚ ਨਹੀਂ ਕਰਦੇ ਅਜੇ ਲੀਚੀ ਦੀ ਖੇਤੀ ਨੂੰ ਲੈ ਕੇ ਕਿਸਾਨ? ਨਹੀਂ, ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਇਹਦੇ ਲਈ ਲੰਬਾ ਸਮਾਂ ਚਾਹੀਦਾ, ਤੇ ਕਈਆਂ ਲੋਕਾਂ ਨੇ ਸਾਡੇ ਕੋਲ ਪੁੱਛ ਕੇ ਵੀ, ਸਾਡੇ ਤੋਂ ਪਹਿਲਾਂ ਵੀ, ਜਿਹੜੇ ਖਾਸ ਕਰ ਇੱਧਰ ਗੜ੍ਹਜੀ ਵਾਲੇ ਪਾਸੇ ਆ, ਉਹਨਾਂ ਲੋਕਾਂ ਨੇ ਜਿਨ੍ਹਾਂ ਦੀ ਗੁੰਜਾਇਸ਼ ਸੀਗੀ, ਜਿਨ੍ਹਾਂ ਨੇ ਲਾਉਣਾ ਚਾਹੁੰਦੇ ਸੀਗੇ, ਉਹਨਾਂ ਨੇ ਲਏ ਆ। ਜਿਹੜੇ ਬਾਜਵਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਐਪਲਸ ਦੀ, ਉਹ ਮੇਰੇ ਰਿਲੇਟਿਵਸ ਨੇ, ਚਾਚਾ ਜੀ ਨੇ, ਤੇ ਉਹ ਹਾਰਟੀਕਲਚਰ ਤੁਹਾਨੂੰ ਪਤਾ ਹੀ ਆ ਵੀ ਉਹ ਡਿਪਾਰਟਮੈਂਟ 'ਚ ਉਹ ਖੁਦ ਮਾਹਰ ਆ, ਤੇ ਇਸ ਬਾਗ ਨੂੰ ਸਾਡੇ ਨੂੰ ਵੀ ਆ ਕੇ ਉਹ ਦੇਖਦੇ ਰਹੇ ਜਦੋਂ ਜੌਬ ਸੀ ਤੇ ਹੁਣ ਵੀ। ਉਹ ਐਪਲਸ ਦੀ ਜਿਹੜੀ ਗੱਲ ਆ, ਉਹ ਅਸੀਂ ਵੀ ਉਹਨਾਂ ਦੇ ਜਦੋਂ ਉਹਨਾਂ ਨੇ ਲਾਏ ਸੀ, ਅਸੀਂ ਉਹਨਾਂ ਕੋਲ ਅਸੀਂ ਵੀ ਥੋੜ੍ਹੇ ਬੂਟੇ ਲਿਆ ਕੇ ਲਾਏ ਸੀਗੇ। ਉਹ ਇੱਕ ਨਵੀਂ ਚੀਜ਼ ਆ, ਅਤੇ ਉਹ ਜਿੱਦਾਂ ਉਹ ਦੱਸਦੇ ਆ ਅਤੇ ਜਿੱਦਾਂ ਅਸੀਂ ਵੀ ਜਿਹੜੇ ਘਰ ਲਾਏ ਆ, ਅਤੇ ਉਹਦੇ 'ਚ ਲੱਗਦਾ ਤਾਂ ਹੈ ਕਿ ਉਹ ਬਹੁਤ ਵਧੀਆ ਜਿਹੜਾ ਆਉਣ ਵਾਲਾ ਫਿਊਚਰ ਆ। ਇਸ ਕਰਕੇ ਪੰਜਾਬ ਦੇ ਲੋਕ ਜਦੋਂ ਕੋਈ ਨਵੀਂ ਚੀਜ਼ ਨੂੰ ਦੇਖਦੇ ਆ, ਅਤੇ ਕਿਉਂਕਿ ਇਹ ਪ੍ਰੋਗਰੈਸਿਵ ਆ, ਅਤੇ ਲੱਗਦਾ ਆ ਉਹਨਾਂ ਨੂੰ, ਜਿੱਦਾਂ ਬਾਜਵਾ ਸਾਹਿਬ ਨੇ ਗੱਲ ਵੀ ਤੁਹਾਡੀ ਇੰਟਰਵਿਊ 'ਚ ਵੀ ਕੀਤੀ ਆ ਕਿ ਇਹ ਬਹੁਤ ਇੰਨੇ ਹੋ ਸਕਦਾ ਆ, ਅਤੇ ਆਪਾਂ ਦੇਖਿਆ ਵੀ ਆ ਕਿ ਹੈਗਾ ਆ। ਅਤੇ ਉਹਦੇ ਕਰਕੇ ਉਹਨਾਂ ਨਾਲ ਇਹ ਲੀਚੀ ਲਈ ਵੀ ਸਾਡੇ ਕੋਲ ਬਹੁਤ ਆਉਂਦੇ ਆ, ਅਤੇ ਬਹੁਤ ਲੋਕਾਂ ਨੇ ਲਾਈ ਵੀ ਆ। ਪਰ ਗੱਲ ਤਾਂ ਫੇਰ ਆ ਕਿ ਉਹ ਸਾਰਾ ਕੁਝ 9-10 ਸਾਲ ਵਾਲਾ ਸਾਰਿਆਂ ਦਾ ਨਹੀਂ ਹੈਗਾ, ਪਰ ਕਈ ਬਾਗ ਬਹੁਤ ਕਾਮਯਾਬ ਹੋਰ ਵੀ ਬਹੁਤ ਜ਼ਿਆਦਾ ਇੱਥੇ ਹੈਗੇ ਆ। ਸਭ ਤੋਂ ਵੱਡੀ ਸਮੱਸਿਆ ਰਹਿੰਦੀ ਹੈ ਮੰਡੀਕਰਨ ਦੀ। ਇੱਥੇ ਸਾਡੇ ਅਸੀਂ ਇਕੱਲੀ ਸੂਬਾ ਸਰਕਾਰਾਂ ਦੀ ਗੱਲ ਨਹੀਂ ਕਰਦੇ ਕਿ ਕੇਂਦਰ ਦੀ ਸਰਕਾਰ ਦੀਆਂ ਵੀ ਨੀਤੀਆਂ ਇਹੋ ਜਿਹੀਆਂ ਰਹਿੰਦੀਆਂ ਨੇ ਕਿ ਮੰਡੀਕਰਨ ਜਦੋਂ ਵਿਵਸਥਾ ਠੀਕ ਨਹੀਂ ਮਿਲਦੀ ਤੇ ਕਿਸਾਨ ਉੱਥੇ ਜਾ ਕੇ ਹਾਰ ਜਾਂਦਾ ਹੈ। ਜਾ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਕਿਸਾਨ ਨੇ, ਉੱਥੇ ਜਾ ਕੇ ਮੰਡੀਕਰਨ ਦੇ ਦੌਰ ਦੇ ਵਿੱਚ ਜਾ ਕੇ ਹਾਰ ਗਿਆ। ਇਸ ਫਰੂਟ ਦਾ ਮੰਡੀਕਰਨ ਕਿਹੋ ਜਿਹਾ ਲੱਗਦਾ ਕਿ ਜੇ ਇਸ ਪਾਸੇ ਪੈਰ ਧਰਾਵਾ ਕੀਤਾ ਜਾਂਦਾ ਤੇ ਮੰਡੀਕਰਨ ਇੰਨਾ ਬਿਹਤਰ ਹੈਗਾ ਕਿ ਮਿਹਨਤ ਬਾਗ 'ਚ ਹੀ ਕਰਨੀ ਪੈਂਦੀ ਹੈ, ਕਿਸਾਨ ਨੂੰ ਮੰਡੀ 'ਚ ਜਾ ਕੇ ਮਿਹਨਤ ਨਹੀਂ ਕਰਨੀ ਪੈਂਦੀ, ਜਾਂ ਜਿੰਨੀ ਬਾਗ 'ਚ ਮਿਹਨਤ ਹੁੰਦੀ ਹੈ ਉਨੀ ਮੰਡੀ 'ਚ ਜਾ ਕੇ ਵੀ ਮਿਹਨਤ ਹੁੰਦੀ ਹੈ? ਜੇ ਆਪਾਂ ਬਰੋਡ ਸਪੈਕਟਰਮ 'ਤੇ ਦੇਖੀਏ ਤੇ ਮੰਡੀ ਦੀ ਜਿਹੜੀ ਪ੍ਰੋਬਲਮ ਆ, ਆਪਾਂ ਫਿਰ ਉਹ ਦਿੱਲੀ ਵਾਲੀ ਗੱਲ ਕਰੀਏ, ਜਿਹੜੇ ਕਿਸਾਨ ਬੈਠੇ ਆ, ਮੰਡੀ ਜਿਹੜੀ ਆ ਉਹ ਜਿਹੋ ਜਿਹੇ ਹਾਲਾਤ ਪੰਜਾਬ ਦੇ ਕਿਸਾਨ ਦੇ ਜਾਂ ਸਾਰੇ ਦੇਸ਼ ਦੇ ਕਿਸਾਨਾਂ ਦੇ ਆ, ਉਹ ਮੰਡੀ ਜਿਹੜੀ ਆ ਉਹ ਸਭ ਤੋਂ ਵੱਡੀ, ਮੈਂ ਤਾਂ ਕਹਿੰਦਾ ਬੂਟਾ ਲਾਉਣਾ ਜਾਂ ਕੋਈ ਚੀਜ਼ ਲਾਉਣੀ ਜਿਹੜੀ ਆ ਉਹ ਸੌਖੀ ਆ, ਉਹਨੂੰ ਪਾਲਣਾ ਸੌਖਾ ਆ, ਅਤੇ ਮੰਡੀ ਜਿਹੜੀ ਆ ਉਹ ਬਹੁਤ ਔਖੀ ਆਪਣੇ ਦੇਸ਼ ਦੇ ਵਿੱਚ ਹੈਗੀ ਆ। ਆਪਾਂ ਬਾਕੀ ਕਿਉਂਕਿ ਲੀਚੀ ਦਾ ਥੋੜ੍ਹਾ ਜਿਹਾ ਡਿਫਰੈਂਟ ਆ, ਕਿਉਂਕਿ ਇਹ ਥੋੜ੍ਹਾ ਜਿਹਾ ਜੋ ਮੈਨੂੰ ਲੱਗਦਾ ਕਿ ਇਹ ਥੋੜ੍ਹਾ ਜਿਹਾ ਮਹਿੰਗਾ ਫਰੂਟ ਆ, ਜਾਂ ਇਹ ਸ਼ਾਇਦ ਇੰਨਾ ਨਹੀਂ ਹਾਲੇ ਕਿ ਇਹ ਤੁਹਾਨੂੰ ਇੱਕ ਖਾਸ ਮੁੱਲ ਜਿਹੜਾ ਜਿੰਨੇ ਕੁ ਤੁਸੀਂ ਐਕਸਪੈਕਟ ਕਰਦੇ ਆ ਉਹਨਾਂ ਤੁਹਾਨੂੰ ਇਹਦਾ ਮਿਲ ਜਾਂਦਾ ਆ। ਖਾਸ ਕਰ ਜਿਹੜੀ ਲੀਚੀ ਆ, ਜਿਹੜੀ ਖਾਸ ਕਰ ਮੈਂ ਆਪਣਾ ਦੱਸਦਾ ਆ, ਮੇਰਾ ਖਿਆਲ ਹੋਰ ਵੀ ਜ਼ਿਆਦਾ ਜ਼ਿਮੀਂਦਾਰ ਇੱਦਾਂ ਹੀ ਕਰਦੇ ਹੋਣਗੇ ਕਿ ਇਹ ਜਿਹੜੇ ਕਿਉਂਕਿ ਜਦੋਂ ਹੁਣ ਲੱਗੀ ਉਹ ਆ ਇਸ ਹਿਸਾਬ ਨਾਲ, ਜੇ ਵਾਹਿਗੁਰੂ ਸਾਰੀ ਕਿਰਪਾ ਹੋਵੇ, ਹਾਲਾਂਕਿ ਇਹਦੀ 'ਚ ਮੈਂ ਇੱਕ ਮਾੜਾ ਜਿਹਾ ਵਿੱਚੋਂ ਕਰਦਾ ਆ, ਜਿੱਦਾਂ ਪਿਛਲੇ ਸਾਲ ਵੀ ਅਤੇ ਪਿਛਲੇ ਵਾਲੀ ਟਾਈਮ ਜਿਹੜਾ ਸੀਗਾ ਕਰੋਨਾ ਦਾ, ਉਹਦੇ 'ਚ ਲੋਕਡਾਊਨ ਹੋ ਗਏ ਸੀਗੇ, ਅਤੇ ਬਹੁਤ ਵੱਡੀ ਪ੍ਰੋਬਲਮ ਜਿੱਦਾਂ ਬਾਕੀ ਸਬਜ਼ੀਆਂ ਨੂੰ ਹੋਰ ਫਰੂਟਾਂ ਨੂੰ ਆਈ, ਉਹਦਾ ਲੀਚੀ ਨੂੰ ਵੀ ਬਹੁਤ ਵੱਡੀ ਹੋਈ ਆ। ਕਈ ਵਾਰੀ ਹੋਰ ਮਾਰਕੀਟਿੰਗ ਦਾ ਰੌਲਾ ਪੈ ਜਾਂਦਾ, ਉਹਦੇ ਕਰਕੇ ਇਹਨਾਂ ਦੀ ਹੋ ਜਾਂਦੀ ਆ। ਪਰ ਮੇਰਾ ਆਪਣਾ ਐਕਸਪੀਰੀਅੰਸ ਪਿਛਲੇ 15-20 ਸਾਲਾਂ ਦਾ ਤਾਂ ਇਹੀ ਆ ਕਿ ਜਦੋਂ ਵੀ ਇਹਦਾ ਜਿਹੜਾ ਇਹ ਅਸੀਂ ਠੇਕੇਦਾਰ ਨੂੰ ਵੇਚਦੇ ਹਾਂ, ਜਿਹੜਾ ਮਤਲਬ ਜਿੱਦਾਂ ਆਪਾਂ ਯੂਪੀ ਤੋਂ ਖਾਸ ਕਰ ਅੰਬ ਲੀਚੀ ਲਈ ਲੋਕ ਜ਼ਿਆਦਾ ਯੂਪੀ 'ਚ, ਆਪਣੇ ਵੀ ਇੱਥੇ ਲੋਕਲ ਹੈਗੇ ਆ, ਪਰ ਯੂਪੀ ਵਾਲੇ ਲੋਕ ਜਿਹੜੇ ਆ ਉਹ ਆ ਕੇ ਮੁਸਲਿਮ ਵੀਰ ਜਿਹੜੇ ਆ ਉਹ ਇਹਨੂੰ ਲੈਂਦੇ ਆ ਅਤੇ ਉਹਨੂੰ ਆਪਣੇ ਹਿਸਾਬ ਨਾਲ ਰਾਖੀ ਕਰਦੇ ਆ, ਅਤੇ ਉਸ ਤੋਂ ਬਾਅਦ ਇਹਦੀ ਮਾਰਕੀਟਿੰਗ ਜਿਹੜੀ ਆ ਉਹ ਕਰਦੇ ਆ। ਇਹਦਾ ਮਤਲਬ ਇਹ ਵੀ ਕਹਿ ਸਕਦੇ ਨੇ ਕਿ ਜੇ ਚੰਗਾ ਬਾਗ ਤੁਹਾਡਾ ਪਾਲਿਆ ਪੋਸਿਆ ਹੈਗਾ ਆ ਅਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ, ਤੁਹਾਡੇ ਬਾਗ 'ਚੋਂ ਹੀ ਜਿਹੜੇ ਠੇਕੇਦਾਰ ਆਉਂਦੇ ਉਹਨਾਂ ਨੇ ਸਾਂਭ ਸੰਭਾਲ ਵੀ ਆਪੇ ਕਰ ਲੈਣੀ ਫਰੂਟ ਆਉਣ ਤੋਂ ਬਾਅਦ, ਅਤੇ ਵੇਚਣਾ ਵੱਟਣਾ ਵੀ ਉਹਨਾਂ ਦਾ ਕੰਮ ਹੈ। ਤੁਹਾਡੇ ਨਾਲ ਸਿੱਧਾ ਉੱਕਾ ਪੁੱਕਾ ਮੁਕਾ ਲਿਆ ਜਾਣਾ ਕਿ ਇੰਨੇ ਪੈਸੇ ਤੁਹਾਨੂੰ ਜਿਹੜੇ ਇਹਦੇ ਦੇਵਾਂਗੇ। ਕਿੰਨੀ ਕੁ ਆਮਦਨ, ਸਾਰੀ ਗੱਲ ਉੱਥੇ ਜਾ ਕੇ ਮੁੱਕ ਜਾਂਦੀ ਹੈ। ਕੋਈ ਨੌਕਰੀ ਕਰਦਾ ਤੇ ਉਹਦੀ ਤਨਖਾਹ 'ਤੇ ਨਿਗਾਹ ਹੁੰਦੀ ਹੈ, ਦਿਹਾੜੀ ਕਰਦਾ ਤੇ ਸ਼ਾਮ ਨੂੰ ਜਿਹੜੀ ਮਜ਼ਦੂਰੀ ਮਿਲਣੀ ਉੱਤੇ। ਕਿਸਾਨ ਨੂੰ ਹੁੰਦਾ ਕਿ ਮੈਂ ਜੇ 6 ਮਹੀਨੇ ਕਿਸੇ ਚੀਜ਼ 'ਤੇ ਮਿਹਨਤ ਕੀਤੀ ਫਸਲ 'ਤੇ 6 ਮਹੀਨੇ ਬਾਅਦ ਮੈਨੂੰ ਉਹ 'ਚੋਂ ਮਿਲਣਾ ਕੀ ਹੈ। ਬਾਗ ਦੀ ਤੁਸੀਂ ਕਹਿੰਦੇ ਕਿ 40-45 ਬੂਟੇ 30 ਫੁੱਟ ਦੇ ਵਕਫੇ ਦੇ ਨਾਲ ਜਿਹੜਾ ਉਹ ਲੱਗ ਸਕਦੇ 1 ਏਕੜ 'ਚ। ਕਿੰਨਾ ਕੁ ਆਮਦਨ 1 ਏਕੜ ਜਿਹੜਾ ਦੇ ਜਾਂਦਾ, ਉਹ ਆਮਦਨ ਜਿਹੜੀ ਆ ਤੁਹਾਨੂੰ ਲੱਗਦਾ ਕਿ ਰਵਾਇਤੀ ਫਸਲਾਂ ਦੇ ਮੇਚ ਦੀ ਆ ਜਾਂ ਉਹਨਾਂ ਤੋਂ ਕਿਤੇ ਜ਼ਿਆਦਾ ਆ?
ਉਹਦੀਆਂ ਫਿਰ ਮੈਂ ਆਪਣੇ ਐਕਸਪੀਰੀਅੰਸ ਨਾਲ ਲੋਕਾਂ ਦਾ ਡਿਫਰੈਂਟ ਹੋ ਸਕਦਾ, ਮੈਨੂੰ ਨਹੀਂ ਪਤਾ, ਕਿਉਂਕਿ ਆ ਜਿਹੜਾ ਸਾਡਾ ਵਾਲਾ ਇਹ ਇਲਾਕਾ ਆ ਨੀਮ ਪਹਾੜੀ, ਜਿਹੜੀ ਆਪਾਂ ਪਹਿਲਾਂ ਹੀ ਗੱਲ ਕੀਤੀ ਆ, ਇਹਦੇ 'ਚ ਦੂਜੀਆਂ ਫਸਲਾਂ ਜਿਹੜੀਆਂ ਆ ਉਹ ਬਾਕੀ ਜੇ ਪੰਜਾਬ ਦੇ ਗੱਲਾਂ ਕਰਦੇ ਆ ਤੇ ਉਹਦੇ ਨਾਲੋਂ ਬਹੁਤ ਘੱਟ ਝਾੜ ਤੇ ਬਹੁਤ ਘੱਟ ਉਹਦੇ ਪੈਸੇ ਮਿਲਦੇ ਆ। ਪਰ ਜਿਹੜਾ ਬਾਗ ਆ, ਖਾਸ ਕਰਕੇ ਲੀਚੀ ਵਾਲਾ ਬਾਗ ਜਿਹੜਾ ਆ, ਜਿਹੜਾ ਮੇਰਾ ਐਕਸਪੀਰੀਅੰਸ ਪਿਛਲੇ 10-15 ਸਾਲਾਂ ਦਾ ਆ, ਉਹ ਲਗਭਗ ਤੁਹਾਨੂੰ 1.5 ਤੋਂ 2 ਲੱਖ ਤਾਂ ਦੇ ਹੀ ਜਾਂਦਾ ਆ। ਤੇ ਕਈ ਜਦੋਂ 1 ਏਕੜ, ਹਾਂਜੀ, ਕਈ ਵਾਰੀ ਉਹ ਆਪਣਾ 2.5 ਲੱਖ ਤੇ ਵੀ ਚਲੇ ਜਾਂਦਾ ਆ ਸ਼ਾਇਦ ਜਦੋਂ ਵੱਡੇ ਹੋਣਗੇ, ਕਿਉਂਕਿ ਜਦੋਂ ਇਹਦੀ ਜੇ ਅੱਜ ਇਹਨਾਂ ਨੂੰ ਲੱਗਦਾ ਆ ਤੇ ਅੱਗੇ ਤੋਂ ਜ਼ਿਆਦਾ ਲੱਗਣਾ ਤੇ ਹੋਰ ਵੀ ਜ਼ਿਆਦਾ ਜੇ ਸਾਰਾ ਕੁਝ ਲੱਗੇ ਤੇ ਮੇਰਾ ਖਿਆਲ ਹੋ ਸਕਦਾ ਆ। ਘਾਟੇ ਦੇ ਵੀ ਚਾਂਸਸ ਹੁੰਦੇ ਆ ਕੁਦਰਤੀ ਮਾਰ ਜਦੋਂ ਪੈਂਦੀ ਹੈ? ਇਹ ਤੁਹਾਡਾ ਕੁਐਸਚਨ ਜਿਹੜਾ ਹੈ ਉਹ ਖਾਸ ਕਰ ਲੀਚੀ ਲਈ ਤਾਂ ਬਹੁਤ ਆ, ਅੰਬ ਲਈ ਵੀ ਇਹੀ ਗੱਲ ਆ ਕਿ ਉੱਦਾਂ ਤਾਂ ਜਦੋਂ ਸ਼ੁਰੂ ਵਾਲੀ ਜਿਹੜੀ ਮੈਂ ਗੱਲ ਕਹੀ ਆ ਉਹਦੀ ਪ੍ਰੋਬਲਮ ਤਾਂ ਬਹੁਤ ਆਉਂਦੀ ਆ, ਉਦੋਂ ਤੁਹਾਨੂੰ ਕਈ ਵਾਰੀ 1 ਸਾਲ ਬਾਅਦ ਲੱਗਦਾ ਨਹੀਂ ਹੈ, ਘੱਟ ਲੱਗਦਾ। ਤੇ ਖਾਸ ਕਰ ਜਿਹੜੀ ਕਈ ਵੈਰਾਈਟੀਆਂ 2 ਹੀ ਆ ਇੱਥੇ, ਕਲਕੱਤੀ ਤੇ ਆਪਣੀ ਦੇਹਰਾਦੂਨੀ, ਤੇ ਇਹ ਕਈ ਵਾਰੀ ਕਈ ਵੈਰਾਈਟੀ ਜਿਹੜੀ ਆ ਉਹ 1 ਸਾਲ ਘੱਟ ਲੱਗਦੀ ਆ। ਉਹ ਪਰ ਇਹ ਆ ਕਿ ਜਦੋਂ ਮੇਰਾ ਆਪਣਾ ਐਕਸਪੀਰੀਅੰਸ ਹੈ ਵੀ ਜਦੋਂ ਵੱਡੇ 20 ਸਾਲਾਂ ਤੋਂ ਬਾਅਦ ਦੇ ਬੂਟੇ ਹੋ ਜਾਂਦੇ ਆ, ਫਿਰ ਜਾਂ ਮੌਸਮ ਜਿੱਦਾਂ ਇਸ ਵਾਰ ਮੌਸਮ ਬਹੁਤ ਚੰਗਾ ਆ, ਤੇ ਮੌਸਮ ਚੰਗਾ ਹੋਵੇ ਤਾਂ ਹਰੇਕ ਸਾਲ ਇਹ ਲੱਗਦੀ ਆ। ਅੰਬ ਜਿਹੜਾ ਆ ਉਹ 1 ਸਾਲ ਛੱਡ ਕੇ ਹੀ ਜ਼ਿਆਦਾਤਰ ਜਿਹੜਾ ਉਹ ਲੱਗਦਾ ਆ। ਉਹ ਇੱਕ ਬਹੁਤ ਵੱਡੀ ਜਿਹੜੀ ਉਹ ਡਰਾਬੈਕ ਹੈਗੀ ਆ। ਜਿੱਦਾਂ ਮੈਂ ਇੱਕ ਵਾਰੀ ਪਹਿਲਾਂ ਦੱਸਿਆ ਵੀ ਕੋਰਾ ਪੈ ਗਿਆ ਸੀ, ਉਦੋਂ ਤਾਂ ਮਤਲਬ ਪੱਤੇ ਵੀ ਖਤਮ ਹੋ ਗਏ ਸੀਗੇ, ਤੇ ਦੂਜਾ ਫਰੂਟ, ਕਿਉਂਕਿ ਉਹ ਕੋਰਾ ਮੇਰਾ ਖਿਆਲ ਜਨਵਰੀ ਫਰਵਰੀ ਜਦੋਂ ਇਹਨਾਂ ਨੂੰ ਫਰੂਟਿੰਗ ਹੋਣੀ ਸੀ ਉਦੋਂ ਲੱਗਾ ਪਿਆ ਸੀ ਉਸ ਸਾਲ, ਤੇ ਬਿਲਕੁਲ ਹੀ ਕੰਮ ਖਤਮ ਹੋ ਗਿਆ। ਉਹ ਸਾਲ ਬਿਲਕੁਲ 0 ਵੀ ਹੋਇਆ। ਤੇ ਇੱਦਾਂ ਜਿੱਦਾਂ ਬਾਕੀ ਰਵਾਇਤੀ ਫਸਲਾਂ 'ਚ ਕੁਦਰਤ ਦਾ ਹੈਗਾ, ਤੇ ਇੱਥੇ ਵੀ ਕੁਦਰਤ ਜਿਹੜੀ ਆ ਉਹ ਬਹੁਤ ਵੱਡਾ ਰੋਲ ਜਿਹੜਾ ਉਹ ਇਹਦੇ ਵਿੱਚ ਹੈਗਾ ਆ। ਅੱਛਾ, ਮੈਨੂੰ ਨਾ ਇਸ ਗੱਲ ਤੋਂ ਥੋੜ੍ਹਾ ਜਿਹਾ ਧਿਆਨ 'ਚ ਆ ਰਿਹਾ, 6 ਮਹੀਨੇ ਵਾਲੀ ਫਸਲ ਹੁੰਦੀ ਹੈ, ਜਦੋਂ ਕਿਤੇ ਮੀਂਹ ਗੜੇ ਉਹਦੇ ਤੇ ਪੈ ਜਾਂਦੇ ਆ ਪੱਕੀ ਹੋਈ ਤੇ ਕਿਸਾਨ ਲਈ ਔਖਾ ਹੋ ਜਾਂਦਾ। ਪਰ ਕਿਸਾਨ ਦੇ ਅੰਦਰ ਇੱਕ ਨਵਾਂ ਜਜ਼ਬਾ ਹੁੰਦਾ, ਕੋਈ ਗੱਲ ਨਹੀਂ 6 ਮਹੀਨਿਆਂ ਬਾਅਦ ਨਵੀਂ ਫਸਲ ਆਣੀ ਆ, ਮੈਂ ਉਹਦੇ ਤੇ ਵੱਧ ਮਿਹਨਤ ਕਰ ਲਾਂਗਾ ਤੇ ਥੋੜ੍ਹਾ ਬਹੁਤਾ ਸਾਵਾਂ ਹੋ ਜਾਏਗਾ, ਔਖੇ ਸੌਖੇ ਕੱਢ ਲਾਂਗਾ। ਇਹ ਬਾਗਬਾਨੀ ਇਹੋ ਜਿਹੀ ਚੀਜ਼ ਹੈ ਜਿਹੜੀ ਇੱਕ ਵਾਰੀ ਲੱਗ ਗਈ ਤੇ ਕਈ ਸਾਲਾਂ ਦੀ ਤੁਹਾਡੀ ਰੋਟੀ ਹੁੰਦੀ ਹੈ। ਤੇ ਜਿੱਦਾਂ ਉਸ ਸਮੇਂ ਤੁਸੀਂ ਕਿਹਾ ਕਿ ਕੋਰਾ ਵੱਧ ਪੈ ਗਿਆ ਤੇ ਪੱਤੇ ਤੱਕ ਝੜ ਗਏ ਸੀਗੇ, ਸੁੱਕਣੇ ਸ਼ੁਰੂ ਹੋ ਗਏ ਸੀਗੇ, ਉਹ ਦੌਰ ਕਿਹੋ ਜਿਹਾ ਸੀਗਾ? ਕਿਉਂਕਿ ਉਹ ਫਿਰ ਝਟਕਾ ਤੁਹਾਡਾ ਇੱਕ ਵੇਲੇ ਦਾ 6 ਮਹੀਨੇ ਵਾਲੀ ਫਸਲ ਵਾਲਾ ਨਹੀਂ ਸੀ, ਤੁਹਾਨੂੰ ਪਤਾ ਸੀਗਾ ਕਿ ਆਉਣ ਵਾਲੀ ਜਿਹੜੀ ਆ 50-60 ਸਾਲ ਲਈ ਮੈਂ ਇਹ ਬੂਟੇ ਲਾਏ ਆ ਤੇ ਉਹ ਸਾਰਾ ਹੀ ਕੰਮ ਖਤਮ ਹੋ ਰਿਹਾ। ਦੌਰ ਕਿਹੋ ਜਿਹਾ, ਕਿੱਦਾਂ ਉਹਦੇ ਵਿੱਚੋਂ ਮਹਿਸੂਸ ਕੀਤਾ, ਕਿੰਨੀ ਕੁ ਚਿੰਤਾ ਸੀਗੀ, ਫਿਰ ਉਹਨੂੰ ਸਾਰੇ ਨੂੰ ਦੁਬਾਰਾ ਰਿਵਾਈਵ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ? ਕਿਉਂਕਿ ਇਦਾਂ ਦਾ ਦੌਰ ਕਿਸੇ ਤੇ ਵੀ ਆ ਸਕਦਾ ਹੈ। ਉਹ ਹੈ ਵੀ ਇਦਾਂ ਦਾ ਸੀਗਾ, ਕਿਉਂਕਿ ਉਦੋਂ ਥੋੜ੍ਹਾ ਜਿਹਾ ਹੀ ਹੋਇਆ ਸੀ ਲੱਗੇ ਨੂੰ, ਮੇਰੇ ਖਿਆਲ 15-20 ਸਾਲ ਹੀ ਹੋਏ ਸੀਗੇ। ਤੇ ਮੇਰਾ ਖਿਆਲ ਆ ਕਿ ਸ਼ਾਇਦ ਹਾਰਟੀਕਲਚਰ ਵਾਲਿਆਂ ਨੂੰ ਵੀ ਉਹਨਾਂ ਐਕਸਪੀਰੀਅੰਸ ਨਹੀਂ ਸੀਗਾ, ਤੇ ਸਾਨੂੰ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਬੰਦੇ ਨੇ ਇੱਕ ਤਾਂ ਉਸ ਸਾਲ ਦਾ ਤਾਂ ਮਾਰ ਹੁੰਦੀ ਆ, ਪਰ ਬੰਦਾ ਸੋਚਦਾ ਹੈ ਵੀ ਇਹ ਤਾਂ ਹਰੇਕ ਸਾਲ ਹੀ ਇਹ ਹੋ ਸਕਦਾ ਆ। ਜਾਂ ਬੂਟੇ ਪਤਾ ਨਹੀਂ ਐਨ ਡੁੰਡ ਹੋ ਗਏ ਸੀਗੇ ਵੀ ਪਤਾ ਨਹੀਂ ਇਹਦੇ ਦੁਬਾਰਾ ਇਹਨਾਂ ਬੂਟਿਆਂ ਨੇ ਹੋਣਾ ਆ ਕਿ ਨਹੀਂ ਹੋਣਾ, ਇਹ ਦੁਬਾਰਾ ਹਰੇ। ਪਰ ਪਰਮਾਤਮਾ ਦੀ ਜਾਂ ਨੇਚਰ ਦੀ ਜਾਂ ਕਿੱਦਾਂ ਹੋਈ ਆ ਕਿ ਉਹ ਇਹ ਬੂਟੇ ਹੋਏ ਵੀ ਉਸ ਤੋਂ ਬਾਅਦ ਵਧੀਆ, ਤੇ ਉਹਦੇ ਨਾਲੋਂ ਇਹਦੀ ਗਰੋਥ ਵੀ ਜਿਹੜੀ ਆ ਉਹ ਜ਼ਿਆਦਾ ਹੋਈ। ਈਵਨ ਅੰਬ ਜਿਹੜਾ ਸਾਡੇ ਕਈ ਵਾਰੀ ਲੱਗਦਾ ਨਹੀਂ ਸੀਗਾ, ਜਿਹੜੀ ਮੈਂ ਅਲਟਰਨੇਟਿਵ ਬੇਰਿੰਗ ਦੀ ਗੱਲ ਕਰਦਾ ਆ, ਉਹ ਤੇ ਕਈ ਵਾਰੀ ਗੁੱਛੇ ਜਿਹੇ ਕੰਬਾਂ ਤੇ ਬਣਦੇ ਆ, ਉਹ ਸੌਰੀ, ਤੇ ਉਹ ਜਿਹੜੇ ਆ ਉਸ ਕੋਰੇ ਤੋਂ ਬਾਅਦ ਅੱਜ ਦੇ ਦਿਨ ਤਾਈਂ ਤਾਂ ਕਦੇ ਉਹ ਦੁਬਾਰਾ ਮਤਲਬ ਹੋਇਆ ਨਹੀਂ। ਬਾਕੀ ਆ ਕਿ ਇਸ ਬੈਲਟ 'ਚ ਕੋਰਾ ਪੈਂਦਾ ਆ, ਉਹਦਾ ਰਿਸਕ ਤਾਂ ਸਦਾ ਉਹ ਹੈਗਾ ਹੀ ਹੈਗਾ। ਜੀ ਰਿਸਕ ਹੈਗਾ ਹੀ ਆ। ਬਹੁਤ ਸਾਰੀਆਂ ਚੀਜ਼ਾਂ ਨੇ। ਇੱਕ ਚੀਜ਼ ਹੋਰ ਮੈਨੂੰ ਲੱਗਦਾ ਹੈ ਕਿ ਜਿਹੜੀ ਬਹੁਤ ਜਾਣਨੀ ਜ਼ਰੂਰੀ ਹੋਏਗੀ ਸਾਡੇ ਕਿਸਾਨ ਵੀਰਾਂ ਲਈ ਵੀ, ਆਮ ਵੀ ਲੋਕ ਜਿਹੜੇ ਹੈਗੇ ਆ, ਕਿ ਜਦੋਂ ਆਮਦਨ ਦੀ ਗੱਲ ਕਰਦੇ ਆ ਲੱਖਾਂ ਦੇ ਵਿੱਚ ਤਾਂ ਬਹੁਤ ਚੰਗੀ ਲੱਗਦੀ ਆ, ਲੱਖਾਂ 'ਚ ਜਦੋਂ ਦੱਸੀ ਜਾਂਦੀ ਆ, ਇਹਦੇ ਉੱਤੇ ਲਾਗਤ ਕਿੰਨੀ ਆਉਂਦੀ ਆ? ਜਦੋਂ ਲਾਗਤ ਦੀ ਗੱਲ ਕਰਦੇ ਨੇ, ਮੇਰਾ ਖਿਆਲ ਹੈ ਕਿ ਉੱਥੇ ਜਾ ਕੇ ਕਈ ਸਾਰੀਆਂ ਘੁੱਡੀਆਂ ਜੇ ਵੀ ਹੈਗੀਆਂ, ਬੂਟੇ ਕਿੱਥੋਂ ਮਿਲਦੇ ਆ, ਬੂਟਿਆਂ ਨੂੰ ਲਾਇਆ ਕਿਵੇਂ ਜਾਵੇ, ਉਹਦੇ ਉੱਤੇ ਪੈਸਟੀਸਾਈਡ ਜਿਹੜੇ ਛਿੜਕੇ ਜਾਂਦੇ ਆ, ਜਿਹੜੇ ਛਿੜਕਾਅ ਕੀਤੇ ਜਾਂਦੇ, ਉਹਨਾਂ 'ਤੇ ਕਿੰਨਾ ਖਰਚਾ ਆਉਂਦਾ, ਉਹ ਵਾਲੀਆਂ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਹੈ ਕਿ ਬਹੁਤ ਮਹੱਤਵਪੂਰਨ ਜਾਣਕਾਰੀ ਦੇ ਵਿੱਚ ਸ਼ੁਮਾਰ ਹੋਣੀਆਂ ਚਾਹੀਦੀਆਂ, ਕਿਉਂਕਿ ਸ਼ੁਰੂਆਤ ਤਾਂ ਉੱਥੋਂ ਹੀ ਹੋਣੀ ਹੈ। ਪਹਿਲਾਂ ਬੀਜੋਗੇ, ਬੂਟਾ ਖਰੀਦੋਗੇ ਤੇ ਫੇਰ ਹੀ ਬਾਗ ਬਾਅਦ 'ਚ ਲੱਗੇਗਾ, ਫੁੱਲ ਫਲ ਫੇਰ ਹੀ ਮਿਲਣਗੇ। ਉਹ ਚੀਜ਼ਾਂ ਦੱਸ ਦਿਓ ਕਿ ਕਿੱਥੋਂ ਬੂਟੇ ਮਿਲਦੇ ਨੇ, ਕਿਵੇਂ ਬੂਟੇ ਮਿਲਦੇ ਨੇ, ਉਹਨਾਂ ਨੂੰ ਲਾਉਣਾ ਕਿਵੇਂ ਆ। ਦੂਰੀ ਤਾਂ ਦੱਸ ਦਿੱਤੀ ਹੈ ਕਿ 30 ਫੁੱਟ ਦੀ ਘੱਟੋ ਘੱਟ ਦੂਰੀ ਇੱਕ ਬੂਟੇ ਤੋਂ ਦੂਸਰੇ ਬੂਟੇ ਦੀ ਚਾਹੀਦੀ ਹੈ, ਪਰ ਪਰਵਰਿਸ਼ ਲਈ ਕਿੰਨਾ ਕੁ ਖਰਚਾ ਆ ਜਾਂਦਾ ਜਦੋਂ ਤੱਕ ਫਰੂਟ 'ਤੇ ਪਹੁੰਚਦਾ ਹੈ ਬੂਟਾ?
ਜਿਹੜਾ ਮੇਰਾ ਐਕਸਪੀਰੀਅੰਸ ਆ 30 ਸਾਲ ਪਹਿਲਾਂ ਤਾਂ ਕੋਈ ਜ਼ਿਆਦਾ ਪ੍ਰਾਈਵੇਟ ਨਰਸਰੀਆਂ ਨਹੀਂ ਸੀਗੀਆਂ ਤੇ ਇਹ ਸਾਰਾ ਕੁਝ ਹਾਰਟੀਕਲਚਰ ਡਿਪਾਰਟਮੈਂਟ ਨੇ ਜਿੱਥੋਂ ਵੀ ਲਿਆ ਕੇ ਦਿੱਤੇ ਬੂਟੇ ਤੇ ਉਹ ਅਸੀਂ ਉਸ ਵੇਲੇ ਲਾ ਲਏ। ਹੁਣ ਹਾਰਟੀਕਲਚਰ ਵਾਲਿਆਂ ਕੋ ਵੀ ਹੈਗੇ ਨੇ, ਹੋਰ ਵੀ ਪ੍ਰਾਈਵੇਟ ਵੀ ਹੈਗੀਆਂ ਨੇ ਜਿੱਥੋਂ ਆਪਾਂ ਨੂੰ ਇਹ ਬੂਟਾ ਮਿਲ ਜਾਂਦਾ। ਉਹ ਸਰਕਾਰਾਂ ਦੀਆਂ ਸਮੇਂ-ਸਮੇਂ ਸਿਰ ਸਬਸਿਡੀਆਂ ਵੀ ਹੈਗੀਆਂ ਆ ਉਹਨੂੰ ਉਹਦੇ ਲਈ, ਪਰ ਕੰਮ ਤਾਂ ਆ ਕੇ ਖੇਤਾਂ 'ਚ ਸਬਸਿਡੀਆਂ ਦਾ ਕੋਈ ਬਹੁਤ ਵੱਡਾ ਨਹੀਂ ਰਹਿੰਦਾ, ਉਹ ਤਾਂ ਕਰਨਾ ਪੈਣਾ। ਉਹ 'ਤੇ ਲੇਬਰ ਵੀ ਬਹੁਤ ਆਉਂਦੀ ਆ, ਖਰਚੇ ਵੀ ਬਹੁਤ ਆਉਂਦੇ ਆ, 8-9 ਸਾਲ ਤੁਸੀਂ ਉਹਨੂੰ ਪਾਲਣਾ ਆ, ਬਹੁਤ ਵੱਡਾ ਖਰਚਾ ਆ। ਜੇ ਉਹ ਹਰੇਕ ਸਾਲ ਕੋਈ ਨਾ ਕੋਈ ਨਵੀਂ ਚੀਜ਼, ਨਵਾਂ ਕੋਈ ਪ੍ਰੋਬਲਮਸ ਉਹ ਜਿਹੜੀ ਆ ਉਹ ਜ਼ਿਮੀਂਦਾਰ ਨੂੰ ਆਉਂਦੀ ਆ। ਅਤੇ ਜਿੱਦਾਂ ਹੁਣ ਅੱਜ ਵੀ ਤੁਸੀਂ ਆ ਦੇਖਦੇ ਆ, ਈਵਨ ਆ ਲੱਗੇ ਹੋ ਆ, ਇਹਨੂੰ ਜਿਹੜੇ ਭਾਵੇਂ ਠੇਕੇਦਾਰ ਨਹੀਂ ਆ, ਪਰ ਜਿਹਨੇ ਵੀ ਪਾਲਣਾ ਤੁਸੀਂ ਆ ਦੇਖੋ ਹਰੇਕ ਬੂਟੇ ਦੇ ਉੱਤੇ ਬਲਬ ਇੱਕ ਲਾਇਆ ਆ। ਇਹਦੇ ਵਿੱਚ ਰਾਤ ਨੂੰ ਜਿਹੜਾ ਚਮਗਿੱਦੜ ਜਿਹੜਾ ਉਹ ਪੈਂਦਾ, ਉਹਦੇ 'ਚ ਰੌਲਾ ਪਾਉਣ ਨਾਲ ਅੱਗੇ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀ, ਪਰ ਹੁਣ ਇਹਨਾਂ ਨੇ ਬਲਬ ਦਾ ਜਨਰੇਟਰ ਰੱਖਿਆ ਇੱਥੇ ਅਤੇ ਉਹ ਰਾਤ ਨੂੰ ਸਾਰੀ ਰਾਤ ਰੌਲਾ ਵੀ ਪਾਉਣਾ ਪੈਂਦਾ ਅਤੇ ਇਹ ਵੀ ਰੱਖਣਾ ਪੈਂਦਾ। ਇਹੋ ਜਿਹੀਆਂ ਹੋਰ ਰਾਖੀ ਦੀਆਂ ਹੋਰ ਕਈ ਪ੍ਰੋਬਲਮਸ ਜਿਹੜੀਆਂ ਆਉਂਦੀਆਂ, ਇਹ ਜਿਹੜੀ ਤੁਸੀਂ ਦੇਖੀ ਵੀ ਹੋਊਗੀ ਕਈ ਵਾਰੀ। ਹੁਣ ਤਾਂ ਇੱਥੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ, ਕਈ ਵਾਰੀ ਉਹ ਫਟਦੀ ਆ ਲੀਚੀ। ਹਾਂ, ਉਹਦੇ ਲਈ ਵੀ ਜਿੱਦਾਂ ਪੈਕੇਜ ਆਫ ਪ੍ਰੈਕਟਿਸ ਯੂਨੀਵਰਸਿਟੀ ਦੀ ਜਾਂ ਹੋਰ ਇੰਡੀਆ ਦੇ ਬਾਕੀ, ਕਿਉਂਕਿ ਬਿਹਾਰ ਅਤੇ ਦੇਹਰਾਦੂਨ 'ਚ ਬਹੁਤ ਹੁੰਦੀ ਆ ਲੀਚੀ, ਅਤੇ ਉਹਦੇ 'ਚੋਂ ਵੀ ਦੇਖ ਕੇ ਜਾਂ ਇਹਨਾਂ ਮੁਸਲਿਮ ਵੀਰ ਆ ਜਿਹੜੇ ਠੇਕੇ 'ਤੇ ਲੈਂਦੇ ਆ, ਉਹਨਾਂ ਨੂੰ ਵੀ ਆਪਣਾ ਲੰਬਾ ਤਜਰਬਾ ਆ, ਉਹਦੇ ਲਈ ਮਾਈਕਰੋ ਨਿਊਟ੍ਰੀਐਂਟਸ, ਬੋਰਨਸ ਵਗੈਰਾ। ਅਤੇ ਇੱਕ ਹੋਰ ਜਿਹੜੀ ਗੱਲ ਵਿੱਚੋਂ ਰਹਿ ਗਈ, ਪਾਣੀ ਤਾਂ ਇਹਨੂੰ ਲੋੜ ਹੀ ਲੋੜ ਆ, ਬਹੁਤ ਲੋੜ ਆ, ਤੁਹਾਡੇ ਕੋਲ ਪਾਣੀ ਦੀ ਸਪਲਾਈ ਚਾਹੀਦੀ ਆ। ਅਤੇ ਇੱਕ ਵੱਡੀ ਗੱਲ ਆ ਕਿ ਆ ਜਿਹੜੀ ਆਪਾਂ ਫਟਣ ਦੀ ਗੱਲ ਕਰਦੇ ਹਾਂ, ਜਾਂ ਉੱਦਾਂ ਵੀ ਲੀਚੀ ਨੂੰ ਜਿਹੜਾ ਪਾਣੀ ਆ ਉਹ ਸ਼ਾਮ ਵੇਲੇ ਜਾਂ ਰਾਤ ਨੂੰ ਹੀ ਲਾਉਣਾ ਜਿਹੜਾ ਠੀਕ ਆ। ਜੇ ਆਪਾਂ ਦੁਪਹਿਰ ਨੂੰ ਲਾਉਂਦੇ ਹਾਂ ਅਤੇ ਉਹਦੇ ਨਾਲ ਜੋ ਕਹਿਣ ਦੇ ਮੁਤਾਬਕ ਆ ਕਿ ਇਹ ਫਟਣ ਦੇ ਚਾਂਸ ਜਿਹੜੇ ਆ ਉਹਦੇ ਕਰਕੇ ਵੀ ਹੁੰਦੇ ਆ। ਇਸ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਰਾਤ ਨੂੰ, ਇੱਥੇ ਕੰਢੀ 'ਚ ਤਾਂ ਹਾਲੇ ਤਾਈਂ ਕਿਰਪਾ ਆ ਵੀ 24 ਘੰਟੇ ਲਾਈਟ ਆ, ਪਰ ਜਦੋਂ ਨਹੀਂ ਹੁੰਦੀ ਤਾਂ ਫਿਰ ਉੱਥੇ ਵੀ ਮੇਰਾ ਖਿਆਲ ਇਹ ਪ੍ਰੋਬਲਮਸ ਉਹਨਾਂ ਨੂੰ ਆਉਂਦੀ ਹੋਊਗੀ, ਜਨਰੇਟਰ ਲਾਉਣੇ ਪੈਂਦੇ ਹੋਣਗੇ ਜਾਂ ਕੋਈ ਹੋਰ ਕੋਈ ਸਾਧਨ ਕਰਨਾ ਪੈਂਦਾ ਹੋਊਗਾ। ਅੱਛਾ, ਮੈਨੂੰ ਨਾ ਇੱਕ ਤੁਹਾਡੀ ਗੱਲ ਤੋਂ ਜ਼ਰੂਰ ਜਿੰਨਾ ਕੁ ਮੈਂ ਸਮਝ ਸਕਿਆ, ਤੁਸੀਂ ਕਹਿੰਦੇ ਆ ਕਿ ਖੇਤੀਬਾੜੀ ਮਾਹਿਰਾਂ ਦੀ ਸਲਾਹ, ਉਹਦੇ ਤੋਂ ਇਲਾਵਾ ਜਿਹੜੇ ਠੇਕੇ 'ਤੇ ਲੈਂਦੇ ਨੇ ਨਾ ਲੀਚੀਆਂ ਨੂੰ ਉਹਨਾਂ ਦੀ ਸਲਾਹ, ਫਿਰ ਤੁਹਾਡੇ ਕੋਲ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਕਾਮੇ ਨੇ ਉਹਨਾਂ ਦੀ ਸਲਾਹ, ਤੁਹਾਡਾ ਆਪਣਾ 30 ਸਾਲ ਤੋਂ ਵੱਧ ਦਾ ਤਜਰਬਾ। ਮਤਲਬ ਇੱਕ ਰਾਹ ਨਹੀਂ ਹੈ ਇਹਦੇ ਲਈ, ਜੇ ਤੁਸੀਂ ਬਾਗਬਾਨੀ ਕਰਨੀ ਹੈ ਜਿੱਥੋਂ ਨੇਕ ਸਲਾਹ ਮਿਲਦੀ ਆ ਉੱਥੋਂ ਲੈ ਲੈਣੀ ਚਾਹੀਦੀ ਹੈ, ਅਤੇ ਉਹਨੂੰ ਨੇਕ ਸਲਾਹ ਨੂੰ ਸਾਂਝਾ ਵੀ ਕਰ ਲੈਣਾ ਚਾਹੀਦਾ। ਇਹ ਵੀ ਬਹੁਤ ਜ਼ਰੂਰੀ ਹੈ ਕਿ ਇਕੱਲੇ ਜਾਣੀ ਕਿ ਤੁਹਾਡੇ ਕਹਿਣ ਦੇ ਮੁਤਾਬਕ ਇਕੱਲੇ ਤੁਸੀਂ ਖੇਤੀਬਾੜੀ ਮਾਹਿਰਾਂ ਦੇ ਉੱਤੇ ਨਹੀਂ ਰਹਿ ਸਕਦੇ ਨਿਰਭਰ, ਕਿਉਂਕਿ ਉਹਨਾਂ ਨੇ ਐਕਸਪੈਰੀਮੈਂਟ ਕਰਨੇ, ਜਿਨ੍ਹਾਂ ਨੇ ਹੰਢਾਇਆ ਆ, ਆਪਣੇ ਆਪ ਦੇ ਵਿੱਚ ਹੱਥੀਂ ਕੰਮ ਨਿਕਲਿਆ, ਉਹਨਾਂ ਦਾ ਤਜਰਬਾ ਵੀ ਬੋਲਦਾ ਹੈ। ਬਿਲਕੁਲ, ਇਹ ਤਾਂ ਆਪਾਂ ਹਿਊਮਨਸ ਦਾ ਜਿਹੜੇ ਡਾਕਟਰਸ ਵੀ ਆ, ਭਾਵੇਂ ਵੱਡੀਆਂ ਡਿਗਰੀਆਂ ਵੀ ਆ, ਪਰ ਜਿਹੜੇ ਬਜ਼ੁਰਗ ਪੁਰਾਣੇ ਆ ਜਾਂ ਹੁਣ ਵੀ, ਜਾਂ ਈਵਨ ਆਪਾਂ ਪੁਰਾਣੇ ਸੰਨਿਆਸੀ ਦੇਖ ਲਓ, ਉਹ ਦੇਖ ਲਓ, ਉਹ ਦੇਖ ਕੇ ਬੰਦਾ ਦੱਸ ਦਿੰਦੇ ਸੀ ਵੀ ਇਹਦੇ 'ਚ ਆ ਬਿਮਾਰੀ ਆ। ਇਸ ਕਰਕੇ ਜਿਹਦਾ ਐਕਸਪੀਰੀਅੰਸ ਆ ਉਹਨੂੰ ਬਹੁਤ ਇਹਦੇ ਵਿੱਚ ਕਿਸੇ ਵੀ ਬੂਟੇ ਦੇ ਲਈ, ਕਿਸੇ ਵੀ ਫਸਲ ਦੇ ਲਈ ਉਹ ਜਿਹੜਾ ਉਹ ਬਹੁਤ ਹੋਣਾ ਜਿਹੜਾ ਬਹੁਤ ਜ਼ਰੂਰੀ ਆ, ਅਤੇ ਆਪ ਵੀ ਦੇਖਣਾ ਚਾਹੀਦਾ। ਮੈਂ ਤੁਹਾਨੂੰ ਜਿੱਦਾਂ ਦੱਸਿਆ ਵੀ ਇਹ ਲਿਆ ਕੇ ਜਿਹੜੇ ਲਾਏ ਆ ਅਤੇ ਅੱਜ ਏਡੇ ਵੱਡੇ ਹੋਏ ਆ, ਅਤੇ ਸਾਨੂੰ ਤਾਂ ਕਈ ਵਾਰੀ ਤੁਰਦੇ ਹਾਲਾਂਕਿ ਭਾਵੇਂ ਅਸੀਂ ਉਨਾ ਜ਼ਿਆਦਾ ਨਹੀਂ ਆਉਂਦਾ ਜਿੰਨਾ ਆਉਣਾ ਚਾਹੀਦਾ ਆ, ਪਰ ਤੁਹਾਨੂੰ ਕਈ ਵਾਰੀ ਲੱਗਣ ਲੱਗ ਪੈਂਦਾ ਵੀ ਇਹ ਬੂਟੇ ਨੂੰ ਯਾਰ ਆਹ ਹੋਇਆ ਸੀ, ਇਹਨੂੰ ਆਹ ਕਮਜ਼ੋਰੀ ਜਿਹੀ ਲੱਗਦੀ ਆ, ਇਹਨੂੰ ਆਹ ਆਪਾਂ ਕਰ ਦਈਏ, ਇਹਨੂੰ ਆਹ ਸਪਰੇਅ ਕਰ ਦਈਏ, ਇਹਦੀ ਆਹ ਸ਼ੂਟ ਜਿਹੜੀ ਆ ਇਹ ਜਿਹੜੀ ਟਾਹਣੀ ਆ ਇਹਨੂੰ ਕੱਟ ਦਈਏ ਜਾਂ ਥੱਲਿਓ ਕੱਟ ਦਈਏ, ਇਹਦੀ ਲਾਈਟ ਨਹੀਂ ਹੈਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਜਦੋਂ ਵਿੱਚ ਘੁੰਮਦੇ ਆ, ਐਕਸਪੀਰੀਅੰਸ ਤੁਹਾਡਾ ਲੰਬਾ ਹੁੰਦਾ, ਬੱਚਿਆਂ ਵਾਂਗੂ ਇਹ ਤੁਹਾਨੂੰ ਲੱਗਦੇ ਆ। ਕਈ ਵਾਰੀ ਤਾਂ ਸਹੀ ਮਾਇਨਿਆਂ 'ਚ ਲੱਗਦਾ ਵੀ ਜਿੱਦਾਂ ਗੱਲਾਂ ਕਰਦੇ ਆ ਤੁਹਾਡੇ ਨਾਲ, ਆਪ ਦੱਸਦੇ ਆ ਵੀ ਮੈਨੂੰ ਆਹ ਪ੍ਰੋਬਲਮ ਆ ਜਾਂ ਮੇਰੇ 'ਚ ਆਹ ਆ, ਅਤੇ ਉਹ ਜਦੋਂ ਤੁਸੀਂ ਇੰਨਾ ਲੰਬਾ 30 ਸਾਲ ਇਹਨਾਂ ਦੇ ਨਾਲ ਕਰਦੇ ਆ, ਅਤੇ ਇਹ ਸਾਰਾ ਕੁਝ ਐਕਸਪੀਰੀਅੰਸ ਨਾਲ ਅਤੇ ਵਿੱਚ ਬਾਗ ਦੇ ਵਿੱਚ ਆ ਕੇ ਜਿਹੜਾ ਇਹ ਪਤਾ ਲੱਗਦਾ। ਇਹ ਬਹੁਤ ਮਹੱਤਵਪੂਰਨ ਚੀਜ਼ ਆ। ਵੈਸੇ ਵੀ ਕਿਸਾਨ ਕੋਈ ਵੀ ਫਸਲ ਬੀਜੇ ਆਪਣੀ ਔਲਾਦ ਵਾਂਗ ਪਾਲਦਾ ਆ, ਇਹ 'ਚ ਕੋਈ ਸ਼ੱਕ ਨਹੀਂ ਆ। ਔਰ ਬਾਗਬਾਨੀ ਵੀ ਇਸੇ ਚੀਜ਼ ਦੀ ਮੰਗ ਕਰਦੀ ਹੈ ਕਿ ਬੂਟਿਆਂ ਨਾਲ ਆਪਣੱਤ ਤੁਹਾਡੀ ਬਣੇ ਰਹੇਗੀ, ਕਿਉਂਕਿ ਆਪਣੱਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸ਼ਾਇਦ ਆਪਣੱਤ ਨੇ ਕੁਝ ਹੋਰ ਕਰ ਜਾਣਾ। ਆਪਣੱਤ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਬੂਟੇ ਦੀ ਸਥਿਤੀ ਦਾ ਪਲ ਪਲ ਦਾ ਜਾਇਜ਼ਾ
ਲੈਂਦੇ ਹੋ, ਕਿਉਂਕਿ ਜਿਹਦੇ ਨਾਲ ਪਿਆਰ ਹੁੰਦਾ ਉਹਦੀ ਸਿਹਤ ਦਾ ਖਿਆਲ ਰੱਖਦੇ ਆ, ਉਹਦੇ ਵਿੱਚ ਕਿਤੇ ਕੋਈ ਕਮੀ ਆਉਂਦੀ ਤੁਸੀਂ ਉਹਨੂੰ ਦੂਰ ਕਰਨ ਦਾ ਖਿਆਲ ਰੱਖਦੇ। ਤੇ ਬਾਗ ਨੂੰ ਜੇ ਪਾਲਣਾ ਤੇ ਫਿਰ ਉਹੋ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਕਿਹੜਾ ਬੂਟਾ ਆ, ਕਿਹੜੀ ਮੇਰੀ ਔਲਾਦ ਹੈ ਜਿਹੜੀ ਥੋੜ੍ਹੀ ਜਿਹੀ ਕਮਜ਼ੋਰ ਪੈ ਗਈ ਹੈ ਤੇ ਉਹਨੂੰ ਕਿੱਦਾਂ ਦੀ ਖੁਰਾਕ ਦੀ ਲੋੜ ਹੈ। ਮੇਰਾ ਖਿਆਲ ਹੈ ਕਿ ਬਾਜਵਾ ਸਾਹਿਬ ਇਹ ਚੀਜ਼ਾਂ ਜੇ ਹੋਣਗੀਆਂ ਤੇ ਭਾਵੇਂ ਕੋਈ ਵੀ ਬਾਗ ਲਾ ਲਓ, ਕੋਈ ਵੀ ਫਸਲ ਹੋਵੇ, ਤੇ ਉਹ ਫਸਲ ਤੁਹਾਨੂੰ ਜਿਹੜਾ ਆ ਉਹ ਬਣਦਾ ਫਲ ਜਿਹੜਾ ਆ ਉਹਦਾ ਉਹ ਝਾੜ ਜਿਹੜਾ ਉਹ ਜ਼ਰੂਰ ਲਾਜ਼ਮੀ ਤੌਰ ਤੇ ਦੇਗੀ। ਆਪਾਂ ਪੁਰਾਣੀਆਂ ਕਹਾਵਤ ਤੁਸੀਂ ਵੀ ਸੁਣੀਆਂ ਸਾਰੇ ਕਿ ਜਿਹੜਾ ਜ਼ਿਮੀਂਦਾਰ ਆ ਉਹ ਜੇ ਇੱਕ ਵਾਰੀ ਰੋਜ਼ ਆਪਣੇ ਖੇਤਾਂ ਦੇ ਵੱਟਾਂ ਤੇ ਘੁੰਮ ਜਾਵੇ ਤੇ ਉਹਦੀ ਝਾੜ ਜਿਹੜਾ ਚਾਹੇ ਆਮ ਰਵਾਇਤੀ ਫਸਲ ਆ ਉਹਦੇ 'ਚ ਵੀ ਵਾਧਾ। ਇਹ ਤਾਂ ਹੈ ਹੀ ਆ ਕਿ ਜੇ ਤੁਸੀਂ ਉਹਨੂੰ ਦੇਖਭਾਲ ਕਰਦੇ ਹੋ, ਜੇ ਉਹਨਾਂ ਨੂੰ ਘੁੰਮਦੇ ਹੋ, ਉਹਨੂੰ ਦੇਖਦੇ ਹੋ, ਉਹਦੇ ਪਾਣੀ ਦਾ, ਉਹਦੀ ਕੀੜਿਆਂ ਦਾ, ਉਹਦਾ ਸਾਰੀ ਉਹਦੀ ਬਿਮਾਰੀ ਦਾ ਤੁਸੀਂ ਉਹਨੂੰ ਦੇਖਦੇ ਆ, ਮਾਰਾ ਕੋ ਲੈਂਦੇ ਆ, ਤੇ ਫਿਰ ਕੁਦਰਤੀ ਆ ਵੀ ਕੋਈ ਵੀ ਬਾਗ, ਕੋਈ ਵੀ ਬੂਟਾ, ਕੋਈ ਵੀ ਕੁਛ ਜਿਹੜਾ ਵਧੀਆ ਜਿਹੜਾ ਉਹ ਹੋ ਸਕਦਾ। ਇੱਕ ਜਿਹੜਾ ਬਹੁਤ ਮਹੱਤਵਪੂਰਨ ਸਵਾਲ ਹੈ ਕਿ ਜੇ ਕੋਈ ਸਾਡਾ ਪ੍ਰੋਗਰਾਮ ਦੇਖਦਾ, ਸਾਡਾ ਕਿਸਾਨ ਭਾਈ ਹੈ, ਇਸ ਲੀਚੀ ਦੇ ਬਾਗ ਨੂੰ ਲਾਉਣਾ ਚਾਹੁੰਦਾ ਆ, ਬੂਟੇ ਤੁਹਾਡੇ ਕੋਲ ਅਵੇਲੇਬਲ ਹੈਗੇ, ਤੁਸੀਂ ਨਰਸਰੀ ਦਾ ਵੀ ਕੰਮ ਕਰਦੇ ਹੋ, ਜਾਂ ਤੁਸੀਂ ਉਹਨਾਂ ਨੂੰ ਸਲਾਹ ਦੇ ਸਕਦੇ ਹੋ ਕਿ ਫਲਾਨੀ ਥਾਂ ਤੋਂ ਜਾ ਕੇ ਤੁਸੀਂ ਬੂਟੇ ਖਰੀਦ ਸਕਦੇ ਹੋ, ਉੱਥੇ ਬਿਹਤਰ ਕੁਆਲਿਟੀ ਦੇ ਜਿਹੜੇ ਆ ਉਹ ਮਿਲਦੇ ਆ, ਜਾਂ ਇਹਦੇ ਨਾਲ ਜੇ ਕੋਈ ਵੈਸੇ ਬੂਟੇ ਉਹਦੇ ਕੋਲ ਹੈਗੇ ਨੇ, ਉਹਨੇ ਸ਼ੁਰੂਆਤ ਕਰ ਲਈ ਹੈ ਤੇ ਉਹਨੂੰ ਲੱਗਾ ਹੈ ਕਿਤੇ ਕਿ ਇੱਥੇ ਦਿੱਕਤ ਥੋੜ੍ਹੀ ਜਾ ਰਹੀ ਹੈ, ਤੁਹਾਡੇ ਤੱਕ ਰਾਬਤਾ ਬਣਾਉਣਾ ਹੋਵੇ ਤੇ ਕਿਵੇਂ ਰਾਬਤਾ ਬਣਾਵੇ? ਉਹ ਤਾਂ ਚਲੋ ਪਹਿਲੀ ਤਾਂ ਆਪਾਂ ਨਰਸਰੀ ਦੀ ਗੱਲ ਜਿੱਦਾਂ ਆਪਾਂ ਕੀਤੀ ਆ, ਹਾਰਟੀਕਲਚਰ ਵਾਲਿਆਂ ਕੋਲ ਵੀ ਬੂਟੇ ਵਧੀਆ ਹੈਗੇ ਆ, ਇੱਥੇ ਵੀ ਹੁੰਦੇ ਆ, ਮੇਰੇ ਖਿਆਲ ਪਠਾਨਕੋਟ ਇਹਨਾਂ ਦੀ ਨਰਸਰੀ ਆ, ਉਹਦੇ ਵਿੱਚ ਵਧੀਆ ਬੂਟੇ ਹੈਗੇ ਆ। ਅੱਜ ਕੱਲ੍ਹ ਉਹ ਸਮਾਂ ਬਦਲ ਗਿਆ, ਔਨਲਾਈਨ ਹੋ ਗਿਆ, ਔਨਲਾਈਨ ਨਰਸਰੀ 'ਚੋਂ ਵੀ ਮਿਲਦੇ ਆ, ਯੂਨੀਵਰਸਿਟੀਆਂ 'ਚੋਂ ਵੀ ਜਿਹੜੀਆਂ ਹੋਰ ਆਪਾਂ ਜਿੱਦਾਂ ਦੇਹਰਾਦੂਨ ਜਾਂ ਬਿਹਾਰ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਬੰਦਾ ਉੱਥੇ ਜਾ ਕੇ ਉਹ ਲਿਆ ਸਕਦਾ ਆ। ਪਰ ਇੱਥੋਂ ਤੁਹਾਨੂੰ ਵਧੀਆ ਬੂਟੇ ਮਿਲ ਜਾਂਦੇ ਆ, ਕੋਈ ਐਡੀ ਵੱਡੀ ਗੱਲ ਨਹੀਂ। ਈਵਨ ਜਿਹੜੀਆਂ ਲੋਕਲ ਨਰਸਰੀਆਂ, ਪਰ ਜੇ ਉਹਨਾਂ ਨੂੰ ਵੀ ਕਹਿ ਦਿੱਤਾ ਜਾਵੇ, ਪਰ ਇਹ ਕਿ ਲੈਣਾ ਕਿਤੇ ਮਨਜ਼ੂਰਸ਼ੁਦਾ ਵਧੀਆ ਨਰਸਰੀ ਤੋਂ ਹੀ ਲੈਣੀ ਚਾਹੀਦੀ ਆ ਬੂਟੇ। ਜਿਹੜੀ ਤੁਸੀਂ ਗੱਲ ਕੀਤੀ ਆ, ਜੇ ਕੋਈ ਟੈਕਨੀਕਲੀ ਜਾਂ ਕੁਛ ਗੱਲ ਕਰਨਾ ਚਾਹੁੰਦਾ ਆ ਤੇ ਉਹ ਕਿਸੇ ਵੇਲੇ ਵੀ ਸੰਪਰਕ ਜਿਹੜਾ ਉਹ ਕਰ ਸਕਦਾ। ਅਸੀਂ ਤਾਂ ਅਵੇਲੇਬਲ ਆ, ਤੁਹਾਨੂੰ ਪਤਾ ਸਾਡੇ ਸੁਭਾਅ ਦਾ ਵੀ, ਤੇ ਅਸੀਂ ਤਾਂ ਕਿਸੇ ਲਈ ਕਰਕੇ ਜਿਹੜੀ ਆ ਉਹ ਖੁਸ਼ੀ ਜਿਹੜੀ ਆ ਉਹ ਜ਼ਿਆਦਾ ਮਹਿਸੂਸ ਕਰਦੇ ਕਰਕੇ ਜ਼ਿਆਦਾ ਖੁਸ਼ੀ ਮਹਿਸੂਸ ਕੀਤੀ ਜਾਂਦੀ ਹੈ। ਅੱਜ ਸਾਡੀ ਕੋਸ਼ਿਸ਼ ਸੀਗੀ ਕਿ ਪੰਜਾਬ ਦੇ ਵਿੱਚ ਜੋ ਕੁਝ ਬਦਲਵਾਂ ਹੋ ਰਿਹਾ ਆ ਉਹਦੇ ਉੱਤੇ ਝਾਤ ਮਾਰੀ ਜਾਵੇ। ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਕਿ ਲੰਬੇ ਸਮੇਂ ਤੋਂ ਇਹ ਜਿਹੜਾ ਲੀਚੀ ਦਾ ਬਾਗ ਇੱਥੇ ਮੌਜੂਦ ਹੈ, ਤੇ ਜੇ ਇਹ ਲੀਚੀ ਨੂੰ ਪ੍ਰਮੋਟ ਕੀਤਾ ਜਾਂਦਾ ਪੰਜਾਬ ਦੇ ਵਿੱਚ, ਜਿਵੇਂ ਸੇਬ ਦੀ ਫਸਲ ਹੋਣੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ, ਕੁਝ ਇਦਾਂ ਦੇ ਬਦਲ ਲਿਆਂਦੇ ਜਾਂਦੇ ਆ ਤੇ ਬੜੇ ਪਹਿਲੂਆਂ ਦੇ ਉੱਤੇ ਜਿਹੜਾ ਆ ਉਹ ਕਹਿ ਸਕਦੇ ਆ ਕਿ ਪੰਜਾਬ ਆਰਥਿਕ ਤੌਰ ਤੇ, ਖਾਸ ਤੌਰ ਤੇ ਪੰਜਾਬ ਦਾ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਦਾ। ਔਰ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ, ਸਾਡੀ ਵੀ ਇਹੀ ਉਮੀਦ ਰਹਿੰਦੀ ਹੈ ਕਿ ਉਹ ਚੀਜ਼ਾਂ ਪ੍ਰਮੋਟ ਕੀਤੀਆਂ ਜਾਣ ਜਿਹੜੀਆਂ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ। ਉਹ ਗੱਲ ਵੱਖਰੀ ਹੈ ਕਿ ਕੁਝ ਚੀਜ਼ਾਂ ਕੁਝ ਖਾਸ ਖਿੱਤਿਆਂ ਦੇ ਵਿੱਚ ਜ਼ਿਆਦਾ ਬਿਹਤਰ ਫਲਦੀਆਂ ਫੁੱਲਦੀਆਂ ਨੇ, ਤੇ ਉਸ ਗੱਲ ਦਾ ਧਿਆਨ ਰੱਖਣਾ ਵੀ ਲੋੜੀਂਦਾ ਆ। ਬਾਜਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਗੱਲਬਾਤ ਵਿਸਥਾਰ ਦੇ ਵਿੱਚ ਤੁਸੀਂ ਸਾਡੇ ਨਾਲ ਕੀਤੀ ਆ, ਔਰ ਇਹ ਲੀਚੀਆਂ ਦਾ ਬਾਗ ਘੁੰਮ ਕੇ ਅੱਜ ਸਾਨੂੰ ਵੀ ਬੜੀ ਤਸਕੀਨ ਜੀ ਮਿਲੀ ਆ, ਖੁਸ਼ੀ ਮਿਲੀ ਆ, ਕਿਉਂਕਿ ਲੀਚੀਆਂ ਦੇ ਬਾਗ ਦੇ ਵਿੱਚ ਘੁੰਮਣਾ, ਮੇਰਾ ਖਿਆਲ ਹੈ ਕਿ ਜਿੱਦਾਂ ਤੁਸੀਂ ਕਹਿੰਦੇ ਕਿ ਰੁੱਖ ਗੱਲ ਕਰਦੇ ਆ ਸਾਡੇ ਨਾਲ, ਗੱਲਾਂ ਬਾਤਾਂ ਵੀ ਹੁੰਦੀਆਂ, ਮੋਹ ਜਾਗਦਾ, ਦੇਖਦੇ ਆ ਕਿਤੇ ਕਿਸੇ ਲੋੜ ਹੋਵੇ। ਮੈਨੂੰ ਵੀ ਅੱਜ ਘੁੰਮਦਿਆਂ ਜਿਹੜੀਆਂ ਸੁਗੰਧੀਆਂ ਆ ਰਹੀਆਂ ਸੀ ਨਾ ਇਸ ਲੀਚੀ ਦੇ ਬਾਗ ਦੇ ਵਿੱਚੋਂ, ਮੈਨੂੰ ਵੀ ਬੜਾ ਅੱਛਾ ਮਹਿਸੂਸ ਹੋਇਆ। ਤੇ ਮੇਰਾ ਖਿਆਲ ਹੈ ਕਿ ਇਸ ਦੌਰ 'ਚ ਜਦੋਂ ਪਵਿੱਤਰ ਪੌਣ ਪਾਣੀ ਨੂੰ ਅਸੀਂ ਤਰਸਦੇ ਪਏ ਹਾਂ ਹਰ ਥਾਂ ਦੇ ਉੱਤੇ, ਤੇ ਇਦਾਂ ਦੇ ਬਾਗ ਤਾਂ ਉਹ ਕੱਲਾ ਫਲ ਹੀ ਨਹੀਂ ਦਿੰਦੇ, ਉਹ ਪੌਣ ਪਾਣੀ ਵੀ ਸਾਨੂੰ ਦਿੰਦੇ ਨੇ। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਤੁਹਾਡੀ ਗੱਲ ਬਿਲਕੁਲ ਠੀਕ ਆ, ਤੁਸੀਂ ਨੇਚਰ ਦੇ ਲਾਗੇ ਹੁੰਦੇ ਆ। ਅੱਜ ਦਾ ਗੁਲਾਬੀ ਰੰਗ ਦੇ ਇਸ ਵੇਲੇ ਮਤਲਬ ਲੀਚੀ ਆਪਾਂ ਨੂੰ ਦਿਸ ਰਹੀ ਆ, ਇਹਦੇ 'ਚ ਹਰੇਕ ਦਾ ਮਨ ਜਿਹੜਾ ਆ ਉਹ ਕਰਦਾ ਆ ਕਿ ਇਹ ਬਹੁਤ ਜ਼ਿਆਦਾ ਉਹਦੇ ਲਈ ਅੱਜ ਖਾਸ ਕਰ ਅੱਜ ਕਰੋਨਾ ਦੇ ਸਮੇਂ ਵਿੱਚ ਜਿਹੜੀ ਆਪਾਂ ਨੂੰ ਜਿਹੜੀ ਪੌਣ ਪਾਣੀ ਦੀ ਗੁਰੂ ਨਾਨਕ ਨੇ ਜਿਹੜੀ ਗੱਲ ਕੀਤੀ ਆ, ਉਹ ਇੱਦਾਂ ਦੀ ਥਾਂ 'ਤੇ, ਸ਼ਾਂਤੀ ਵਾਲੀ ਥਾਂ 'ਤੇ ਉਹ ਮਿਲਦੀ ਆ। ਇਹ ਉਸ ਪਰਮਾਤਮਾ ਦੀ, ਸਾਡੇ ਬਜ਼ੁਰਗਾਂ ਦੀ, ਜਿਹੜੇ ਲੋਕ ਇੰਨਾ ਸਮਾਂ ਸਾਡੇ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਦਾ ਇਹ ਧੰਨਵਾਦ ਆ, ਤੇ ਖਾਸ ਕਰ ਪਰਮਾਤਮਾ ਦਾ ਤੇ ਸਾਡੇ ਬਜ਼ੁਰਗਾਂ ਦਾ ਕਿ ਇਹ ਜਿਹੜਾ ਸਾਨੂੰ ਇਹ ਸਾਰਾ ਕੁਝ ਮਿਲਿਆ, ਤੇ ਅੱਜ ਇਹ ਅਸੀਂ ਆਨੰਦ ਇਹਦਾ ਮਾਣ ਰਹੇ ਹਾਂ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਕੋਸ਼ਿਸ਼ ਇਹੀ ਕਿ ਇਹ ਪੰਜਾਬ ਜਿਹੜਾ ਜਿਉਂਦਾ ਗੁਰੂਆਂ ਦੇ ਨਾਮ 'ਤੇ, ਜਿਹਦੀ ਮਿੱਟੀ, ਜਿਹਦੇ ਪੌਣ ਪਾਣੀ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਰਚੀ ਬਸੀ ਹੋਈ ਹੈ, ਉਸ ਪੌਣ ਪਾਣੀ ਦੇ ਵਿੱਚੋਂ ਹਮੇਸ਼ਾ
ਚੜ੍ਹਦੀ ਕਲਾ ਦੀ ਭਾਅ ਜਿਹੜੀ ਆ ਉਹ ਮਿਲਦੀ ਰਹੇ। ਮੇਰਾ ਖਿਆਲ ਹੈ ਕਿ ਇੱਕ ਨੁਕਤਾ ਜਿਹੜਾ ਬਾਜਵਾ ਸਾਹਿਬ ਜਾਂਦੇ ਜਾਂਦੇ ਤੁਸੀਂ ਸਾਂਝਾ ਕਰਨਾ ਚਾਹੁੰਦੇ ਆ। ਵੈਸੇ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਸੀ, ਪਰ ਜਿਹੜੀ ਜ਼ਰੂਰੀ ਗੱਲ ਹੈ ਉਹ ਜ਼ਰੂਰ ਕੀਤੀ ਜਾ ਸਕਦੀ ਹੈ। ਉਹਦੇ ਨਹੀਂ, ਉਹ ਭਾਵੇਂ ਤੁਸੀਂ ਕਹੋ, ਪਰ ਐਜ਼ ਏ ਪੰਜਾਬੀ ਮੈਂ ਤੁਹਾਡਾ ਟੀਵੀ ਪੰਜਾਬ ਦੇ ਸਾਰੇ ਜਿਹੜੀ ਮੈਨੇਜਮੈਂਟ ਆ, ਤੁਹਾਡਾ ਜਸਵੀਰ ਜੀ, ਕੈਮਰੇ ਵਾਲੇ ਮੇਰੇ ਬ੍ਰਦਰ ਜਿਹੜੇ ਆ, ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਇਹ ਕਰ ਰਹੇ ਹੋ ਕਿ ਜਿਹੜੀ ਪੰਜਾਬ ਦੀ ਜਿਹੜੀ ਆਉਣ ਵਾਲਾ ਜਿਹੜਾ ਫਿਊਚਰ ਆ ਤੇ ਜੋ ਆ ਉਹਦੇ ਲਈ ਕੋਈ ਨਾ ਕੋਈ ਜਿਹੜਾ ਤੁਸੀਂ ਯੋਗਦਾਨ ਪਾਓ, ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ 'ਚ ਚੀਜ਼ਾਂ ਹੋ ਰਹੀਆਂ ਆ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸ ਦੇ ਨਾਲ ਹੀ ਫਿਲਹਾਲ ਕਿਉਂਕਿ ਅਸੀਂ ਅਜੇ ਲੀਚੀਆਂ ਦੇ ਬਾਗ ਨੂੰ ਹੋਰ ਘੁੰਮਣਾ ਆ, ਅਸੀਂ ਅਜੇ ਹੋਰ ਇਹਦੀਆਂ ਸੁਗੰਧੀਆਂ ਨੂੰ ਮਾਣਨਾ ਤੇ ਕਿਤੇ ਕਿਤੇ ਸਵਾਦ ਵੀ ਮਾਣਾਂਗੇ ਇਹਨਾਂ ਲੀਚੀਆਂ ਦਾ ਕਿ ਕਿੰਨੀ ਮਿਠਾਸ ਇਹਨਾਂ ਲੀਚੀਆਂ 'ਚ ਹੈ। ਬਾਜਵਾ ਸਾਹਿਬ ਦੀ ਗੱਲਬਾਤ ਦੇ ਵਿੱਚ ਤਾਂ ਬਹੁਤ ਮਿਠਾਸ ਸਾਨੂੰ ਜਿਹੜੀਆਂ ਮਿਲੀ ਹੈ। ਫਿਰ ਮੁਲਾਕਾਤ ਹੋਏਗੀ। ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।